ਸਤਿ ਸ਼੍ਰੀ ਅਕਾਲ, ਨਮਸਕਾਰ। ਤੁਸੀਂ ਦੇਖ ਰਹੇ ਹੋ ਸਾਂਝਾ ਟੀਵੀ। ਮੈਂ ਹਾਂ ਤੁਹਾਡੇ ਨਾਲ ਅਰਸ਼ਦੀਪ ਤੇ ਤੁਹਾਡਾ ਸਾਰਿਆਂ ਦਾ ਹੈਲਥ ਸ਼ੋਅ ਦੇ ਵਿੱਚ ਸਵਾਗਤ ਹੈ। ਇਸ ਹਫਤੇ ਇਸ ਸ਼ੋਅ ਦੇ ਵਿੱਚ ਗੱਲਬਾਤ ਕਰਾਂਗੇ ਕੋਵਿਡ ਦੀਆਂ ਬਹੁਤ ਸਾਰੀਆਂ ਡਿਵੈਲਪਮੈਂਟਸ ਨੇ, ਉਹਨਾਂ ਦੇ ਬਾਰੇ ਬਹੁਤ ਸਾਰੀ ਇਨਫੋਰਮੇਸ਼ਨ ਪਹੁੰਚੀ ਆ ਉਸ ਬਾਰੇ ਕਿ ਕੀ ਕੁਝ ਹੋ ਰਿਹਾ, ਕਿਉਂਕਿ ਤੀਜੀ ਵੇਵ ਜਿਹੜੀ ਆ ਉਹ ਦੱਸੀ ਜਾ ਰਹੀ ਹੈ ਕਿ ਸ਼ਾਇਦ ਤੀਜੀ ਵੇਵ ਆ ਸਕਦੀ ਹੈ, ਖਾਸ ਕਰਕੇ ਓਨਟੇਰੀਓ ਦੇ ਵਿੱਚ, ਕਿਉਂਕਿ ਉੱਥੇ ਵੇਰੀਐਂਟਸ ਆਫ ਕੰਸਰਨ ਜਿਹੜੇ ਨੇ ਉਹ ਲਗਾਤਾਰ ਵੱਧਦੇ ਜਾ ਰਹੇ ਨੇ। ਤੇ OHA ਓਨਟੇਰੀਓ ਹੈਲਥ ਐਸੋਸੀਏਸ਼ਨ ਨੇ ਇੱਕ ਰਿਪੋਰਟ ਜਾਰੀ ਕੀਤੀ। ਉਹਦੇ ਵਿੱਚ ਕਿਹਾ ਗਿਆ ਕਿ ਓਨਟੇਰੀਓ ਆਲਰੇਡੀ ਤੀਜੀ ਵੇਵ ਦੇ ਵਿੱਚ ਹੈ, ਪਰ ਹੈਲਥ ਆਫੀਸ਼ੀਅਲ ਜਿਹੜੇ ਉੱਥੋਂ ਦੇ ਆ ਉਹ ਕਹਿ ਰਹੇ ਆ ਕਿ ਤੀਜੀ ਵੇਵ ਦੇ ਅਸੀਂ ਨੇੜੇ ਤੇੜੇ ਪਹੁੰਚ ਗਏ ਹੈਗੇ ਆ, ਪਰ ਅਜੇ ਅਸੀਂ ਜਿਹੜਾ ਤੀਜੀ ਵੇਵ ਇਹਨੂੰ ਡਿਕਲੇਅਰ ਨਹੀਂ ਕਰ ਸਕਦੇ। ਕੀ ਹੈ ਅਸਲ ਸੱਚਾਈ, ਇਹਦੇ ਬਾਰੇ ਵੀ ਗੱਲ ਕਰਾਂਗੇ। ਤੇ ਨਾਲ ਨਾਲ ਵੈਕਸੀਨ ਲੱਗ ਰਹੀ ਹੈ। ਅਸੀਂ BC ਦੇ ਵਿੱਚ ਦੇਖਿਆ ਕਿ ਇਸ ਹਫਤੇ 80 ਤੋਂ 84 ਸਾਲ ਦੇ ਜਿਹੜੇ ਸੀਨੀਅਰਸ ਨੇ ਉਹਨਾਂ ਦੀ ਵੈਕਸੀਨ ਲੱਗ ਰਹੀ ਹੈ। ਅਪਾਇੰਟਮੈਂਟਸ ਬੁੱਕ ਹੋ ਰਹੀਆਂ ਨੇ, ਡਰਾਈਵ ਥਰੂ ਜਿਹੜੇ ਵੈਕਸੀਨ ਲੱਗ ਰਹੀ ਆ ਉੱਥੇ ਜਾ ਕੇ ਜਿਹੜੇ ਲੋਕ ਨੇ ਉਹ ਵੈਕਸੀਨ ਲਗਵਾ ਰਹੇ ਨੇ। ਪਰ ਵੈਕਸੀਨ ਦੀ ਜਦੋਂ ਗੱਲ ਕਰਦੇ ਹਾਂ ਤਾਂ ਐਸਟਰਾਜੈਨਕਾ ਨੂੰ ਲੈ ਕੇ ਬਹੁਤ ਸਾਰੇ ਸਵਾਲ ਖੜੇ ਹੋ ਰਹੇ ਨੇ ਕਿ ਉਹ ਜਦੋਂ ਲਗਾਈ ਜਾਂਦੀ ਹੈ ਤਾਂ ਬਲੱਡ ਕਲੌਟਸ ਬਣ ਜਾਂਦੇ ਨੇ। ਬਹੁਤ ਸਾਰੇ ਦੇਸ਼ਾਂ ਨੇ ਉਹਨਾਂ ਤੇ ਰੋਕ ਵੀ ਲਗਾ ਦਿੱਤੀ ਹੈ, ਪਰ ਅਜਿਹੀਆਂ ਬਹੁਤ ਸਾਰੀਆਂ ਕੰਟਰੀਜ਼ ਨੇ ਜਿਹੜੀਆਂ ਅਜੇ ਵੀ ਉਹਦੇ ਵਿੱਚ ਵਿਸ਼ਵਾਸ ਦਿਖਾ ਰਹੀਆਂ ਨੇ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਕਿਹਾ ਕਿ ਸੇਫ ਹੈਗੀ ਹੈ, ਲਗਾਈ ਜਾ ਸਕਦੀ ਹੈ। ਜਿਹੜੀ ਵੈਕਸੀਨ ਲਗਾਈ ਗਈ ਸੀ ਜਿੱਥੇ ਕਲੌਟ ਬਣੇ ਸੀ, ਉਹ ਵੈਕਸੀਨ ਜਿਹੜੀ ਉਹ ਸਾਡੇ ਤੱਕ ਨਹੀਂ ਪਹੁੰਚੀ, ਜਿਹੜੀ ਸਾਡੇ ਤੱਕ ਪਹੁੰਚੀ ਉਹ ਬਿਲਕੁਲ ਸੇਫ ਹੈ, ਸਾਨੂੰ ਲਗਾ ਲੈਣੀ ਚਾਹੀਦੀ ਹੈ। ਸਾਨੂੰ ਕਨਫਿਊਜ਼ਨ ਜਿਹੜੀ ਉਹ ਕ੍ਰੀਏਟ ਨਹੀਂ ਕਰਨੀ ਚਾਹੀਦੀ। WHO ਨੇ ਵੀ ਇਹੀ ਕਿਹਾ। ਉਸ ਤੋਂ ਬਾਅਦ ਹੁਣ ਅਸੀਂ 6 ਮੀਟਰ ਦੀ ਜਿਹੜੀ 6 ਫੁੱਟ ਦੀ ਦੂਰੀ ਆ ਉਹ ਬਣਾਈ ਰੱਖਦੇ ਹਾਂ, ਤੇ ਹੁਣ ਜਿਹੜੀ 3 ਫੁੱਟ ਦੀ ਦੂਰੀ ਯਾਨੀ 1 ਮੀਟਰ ਦੀ ਦੂਰੀ ਦੇ ਲਈ CDC ਜਿਹੜੀ ਹੈ ਉਹ ਸਰਵੇਖਣ ਕਰ ਰਹੀ ਹੈ, ਖੋਜ ਕਰ ਰਹੀ ਹੈ। ਇਹਦੇ ਬਾਰੇ ਕੀ ਸੱਚਾਈ ਹੈ? ਹੋਰ ਵੈਕਸੀਨ ਪਾਸਪੋਰਟ ਦੇ ਬਾਰੇ ਗੱਲਬਾਤ ਹੋ ਰਹੀ ਹੈ, ਉਹਦੇ ਬਾਰੇ ਵੀ ਗੱਲਬਾਤ ਕਰਾਂਗੇ। ਤੇ ਗੱਲਬਾਤ ਵਿੱਚ ਸ਼ਾਮਿਲ ਕਰ ਲੈਂਦੇ ਹਾਂ ਡਾਕਟਰ ਪ੍ਰਗਟ ਸਿੰਘ ਪੁਰਜੀ ਨੂੰ। ਡਾਕਟਰ ਪੁਰਜੀ, ਸਵਾਗਤ ਹੈ ਜੀ ਤੁਹਾਡਾ। ਸਤਿ ਸ਼੍ਰੀ ਅਕਾਲ। ਬਹੁਤ ਬਹੁਤ ਧੰਨਵਾਦ। ਮੇਰੇ ਛੋਟੇ ਬੱਚੇ ਅਰਸ਼ ਤੇ ਸਾਰੇ ਦੇਖਣ ਵਾਲਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਤੇ, ਸਲਾਮ ਵਾਲੇਕੁਮ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਪੁਰਜੀ, ਜਿੱਦਾਂ ਮੈਂ ਐਕਸਟਰਾਜੈਨਕਾ ਤੋਂ ਸਟਾਰਟ ਕਰ ਲੈਂਦੇ ਹਾਂ ਕਿ ਐਕਸਟਰਾਜੈਨਕਾ ਵੈਕਸੀਨ ਸਾਡੇ ਵੀ ਅਪਰੂਵ ਹੋਈ ਹੈ ਤੇ ਇੱਥੇ ਵੀ ਲੱਗ ਰਹੀ ਹੈ, ਪਰ ਬਹੁਤ ਸਾਰੀਆਂ ਕੰਟਰੀਜ਼ ਨੇ ਜਿੱਥੇ ਕਲੌਟ ਬਣਨ ਕਰਕੇ ਕਿਸੇ ਦੀ ਡੈਥ ਹੋ ਗਈ ਸੀ ਤੇ ਉਸ ਤੋਂ ਬਾਅਦ ਰੋਕ ਲਗਾ ਦਿੱਤੀ ਗਈ ਕਿ ਬਲੱਡ 'ਚ ਕਲੌਟ ਬਣ ਜਾਂਦੇ ਆ। ਕੀ ਹੈ ਪੂਰੀ ਸੱਚਾਈ? ਕੀ ਕੁਝ ਹੋ ਰਿਹਾ? ਕੀ ਡਿਵੈਲਪਮੈਂਟਸ ਨੇ ਇਹਨੂੰ ਲੈ ਕੇ? ਦੇਖੋ, ਸਾਡੇ ਕੰਟਰੀ 'ਚ ਐਸਟਰਾਜੈਨੇਕਾ ਦੀ ਜਿਹੜੀ ਆਕਸਫੋਰਡ ਵਾਲੀ ਵੈਕਸੀਨ ਆ, ਉਹਨੂੰ ਕੁਝ ਹਫ਼ਤੇ ਪਹਿਲਾਂ ਹੈਲਥ ਕੈਨੇਡਾ ਨੇ ਮਾਨਤਾ ਦਿੱਤੀ ਔਰ ਡੋਜ਼ਸ ਆ ਰਹੇ ਨੇ ਜੀ। ਯੂਰਪ ਪਹਿਲਾਂ ਮਾਨਤਾ ਮਿਲ ਗਈ ਸੀ। ਲੰਡਨ 'ਚ ਸਭ ਤੋਂ ਪਹਿਲੀ ਵੈਕਸੀਨ ਤਾਂ ਉਹੀ ਸ਼ੁਰੂ ਹੋਈ ਸੀ, ਆਕਸਫੋਰਡ ਵਾਲੀ, ਹੈ ਨਾ। ਉਹਦੇ ਬਾਅਦ ਆਈਆਂ ਸੀ ਔਰ ਆਲ ਓਵਰ ਯੂਰਪ ਜਿਹੜੇ ਹੈਗੇ ਆ ਉਹ ਆਕਸਫੋਰਡ ਵਾਲੇ ਲਾ ਰਹੇ ਸੀ। 17 ਮਿਲੀਅਨ ਤੋਂ ਜ਼ਿਆਦਾ ਡੋਜ਼ਸ ਆਕਸਫੋਰਡ ਦੇ ਲੱਗ ਚੁੱਕੇ ਯੂਰਪ 'ਚ। ਸਿਰਫ 37 ਮਰੀਜ਼ ਜਾਂ ਪੇਸ਼ੈਂਟ ਆ ਜਿਹੜੇ ਕਹਿੰਦੇ ਸਾਡੇ ਕਲੌਟ ਹੋਇਆ। ਪਰ ਆਪਾਂ 2-4 ਸਾਲ ਪੁਰਾਣਾ ਡੇਟਾ ਦੇਖੀਏ ਤੇ ਹਰ ਸਾਲ ਯੂਰਪ 'ਚ 5 ਲੱਖ ਓਲਡ ਲੋਕ ਆ, ਉਹਨਾਂ ਨੂੰ ਬਲੱਡ ਕਲੌਟਸ ਹੁੰਦਾ, ਵੈਰਾਈਟੀ ਆਫ ਰੀਜ਼ਨ ਕਰਕੇ। ਸੋ ਇਸ ਲਈ ਸਾਨੂੰ ਇਹ ਲੱਗਦਾ ਹੈ ਕੋਇਨਸੀਡੈਂਟਲ ਹੈਗਾ ਵੀ ਉਸ ਇਨਸਾਨ ਨੂੰ ਬਲੱਡ ਕਲੌਟ ਹੋਣਾ ਸੀ, ਲੇਕਿਨ ਵੈਕਸੀਨ ਕਿਉਂਕਿ ਲੱਗੀ ਉਹਦੇ ਨਾਲ ਇੱਕ ਐਸੋਸੀਏਸ਼ਨ ਹੋ ਗਿਆ। ਵੈਕਸੀਨ ਜਿਹੜੀ ਸੇਫਟੀ ਪ੍ਰੋਫਾਈਲ ਹੈ ਉਹ ਬੜੀ ਤਗੜੀ ਹੈਗੀ ਹੈ। ਜਦੋਂ ਰਿਸਰਚ ਵੀ ਕੀਤਾ ਸੀ ਉਹਦੇ 'ਚ ਬਲੱਡ ਕਲੌਟ ਦੀ ਗੱਲ ਨਹੀਂ ਆਈ ਸੀ। ਸਾਡੇ ਕੋਲ ਜਿਹੜਾ ਕੈਨੇਡਾ 'ਚ ਬੈਚ ਹੈਗਾ ਐਕਸਟਰਾਜੈਨੇਕਾ ਦਾ ਆਕਸਫੋਰਡ ਦਾ, ਉਹ ਯੂਰੋਪੀਅਨ ਬੈਚ ਨਹੀਂ ਹੈਗਾ, ਸਾਡੇ ਕੋਲ ਡਿਫਰੈਂਟ ਬੈਚ ਆ। ਔਰ ਹੈਲਥ ਕੈਨੇਡਾ ਬਿਲਕੁਲ ਠੋਸ ਜਵਾਬ ਦੇ ਰਹੀ ਆ ਵੀ ਸੇਫਟੀ ਇਹਦੀ ਵਧੀਆ। ਸੋ ਸਾਨੂੰ ਡਰਨ ਦੀ ਇੰਨੀ ਲੋੜ ਨਹੀਂ ਹੈਗੀ। ਅਗਰ ਆਪਾਂ ਦੇਖੀਏ 17 ਮਿਲੀਅਨ ਤੋਂ 37 ਬਹੁਤ ਥੋੜਾ ਨੰਬਰ ਹੁੰਦਾ। ਔਰ ਇਨ ਜਨਰਲ ਪੋਪੂਲੇਸ਼ਨ ਵੀ ਦੇਖੋ, ਲੋਕਾਂ ਨੂੰ ਅਪੈਂਡਿਕਸ ਵੀ ਹੋਣੀ ਆ, ਹਾਰਟ ਅਟੈਕ ਵੀ ਹੋਣਾ, ਸਿਰ ਵੀ ਹੋਣਾ, ਬਲੱਡ ਕਲੌਟ ਵੀ ਹੋਣੇ ਆ, ਉਹ ਨੈਚੁਰਲੀ ਹੁੰਦਾ ਰਹਿੰਦਾ। ਸੋ ਇੱਕ ਕੋਇਨਸੀਡੈਂਸ ਹੋ ਗਿਆ ਵੀ ਉਹਦੇ ਨਾਲ ਲਿੰਕ ਹੋਇਆ, ਲੇਕਿਨ ਇਹੋ ਜਿਹੀ ਗੱਲ ਨਹੀਂ ਲੱਗ ਰਹੀ। ਕੱਲ ਵੀ ਮੈਂ ਕੈਨੇਡੀਅਨ ਡੇਟਾ ਦੇਖਿਆ ਸੀ, ਐਸਟਰਾਜੈਨੇਕਾ ਦਾ ਡੇਟਾ ਦੇਖਿਆ ਸੀ, ਉਹਦੀ ਸੇਫਟੀ ਪ੍ਰੋਫਾਈਲ ਦੇਖੀ ਸੀ। ਸੋ ਸਾਡੇ ਹਿਸਾਬ ਨਾਲ ਉਹਦੀ ਸੇਫਟੀ ਵਧੀਆ। ਬਿਲਕੁਲ, ਬਹੁਤ ਸਾਰੇ ਜਿਹੜੇ ਸਵਾਲ ਉਠਾਏ ਜਾ ਰਹੇ ਨੇ, ਚਾਹੇ ਕਹਿ ਰਹੇ ਨੇ ਕਿ ਫਾਰਮੇਸੀ ਤੇ ਕਿਉਂ ਨਹੀਂ ਅਵੇਲੇਬਲ ਹੈਗੀ ਇੰਜੈਕਸ਼ਨ, ਕਿਉਂ ਨਹੀਂ ਵੈਕਸੀਨ ਉੱਥੇ ਲਗਾਈ ਜਾ ਰਹੀ, ਕਿਉਂਕਿ ਬਹੁਤ ਸਾਰੀਆਂ ਪ੍ਰੋਵਿੰਸਿਸ ਦੇ ਵਿੱਚ ਵੈਕਸੀਨ ਜਿਹੜੀ ਆ ਫਾਰਮੇਸੀਜ਼ ਦੇ ਉੱਤੇ ਪਹੁੰਚਾਈ ਜਾ ਰਹੀ ਆ, ਫਾਰਮੇਸੀਜ਼ ਹੋਰ ਖੋਲੀਆਂ ਜਾ ਰਹੀਆਂ ਨੇ। ਹਰ ਪ੍ਰੋਵਿੰਸ ਆਪਦਾ ਅਲੱਗ ਤਰੀਕਾ ਅਪਣਾ ਰਹੀ ਹੈ ਕਿ ਕਿਸ ਤਰ੍ਹਾਂ ਤੁਸੀਂ COVID-19 ਲੋਕਾਂ ਤੱਕ ਪਹੁੰਚਾਉਣੀ ਆ। ਹੁਣ ਸਾਡੇ BC ਦੇ ਵਿੱਚ ਸਭ ਤੋਂ ਪਹਿਲਾਂ ਸਟਾਰਟ ਹੋਈ ਸੀ ਇਹ ਗੱਲ ਕਿ 4 ਮਹੀਨੇ ਜਿਹੜੇ ਆ ਉਹਦੇ ਵਿੱਚ ਗੈਪ ਹੋ ਸਕਦਾ ਇੱਕ ਵੈਕਸੀਨ ਤੋਂ ਦੂਜੀ ਵੈਕਸੀਨ ਦੀ, ਜਿਹਦੀ ਤਾਂ ਇੱਕ ਡੋਜ਼ ਹੈਗੀ ਆ ਉਹ ਤਾਂ ਇੱਕੋ ਵਾਰੀ ਲੱਗਣੀ ਆ, ਪਰ ਜਿਹੜੀਆਂ 2 ਡੋਜ਼ਸ ਹੈਗੀਆਂ ਉਹਦੇ ਵਿੱਚ 4 ਮਹੀਨੇ ਦਾ ਜਿਹੜਾ ਸਮਾਂ ਹੋ ਸਕਦਾ, ਜਿਹੜਾ ਪਹਿਲਾਂ 21 ਦਿਨ ਤੇ ਫਿਰ ਬਾਅਦ ਵਿੱਚ 2 ਮਹੀਨੇ ਕਰ ਦਿੱਤਾ ਗਿਆ, ਫਿਰ 4 ਮਹੀਨੇ ਕਰ ਦਿੱਤਾ ਗਿਆ। ਕੀ ਪ੍ਰੋਪਰ ਡੇਟਾ ਕਹਿੰਦਾ ਹੈ ਕਿ 4 ਮਹੀਨੇ ਸੇਫ ਜਿਹੜਾ ਪੀਰੀਅਡ, ਜਿਹੜਾ ਗੈਪ ਹੈਗਾ ਉਹ ਰਹੇਗਾ? ਜਦੋਂ ਰਿਸਰਚ ਹੋ ਰਹੀ ਸੀ ਫਾਈਜ਼ਰ ਔਰ ਮੋਡਰਨਾ ਦੀ, ਉਦੋਂ 40 ਤੋਂ 50,000 ਲੋਕਾਂ ਤੇ ਰਿਸਰਚ ਹੋਈ ਸੀ, ਮਿਲੀਅਨ ਆਫ ਲੋਕਾਂ ਤੇ ਰਿਸਰਚ ਨਹੀਂ ਹੋਈ ਸੀ। ਅੱਜ ਜਦ ਤੱਕ ਇਹ ਪ੍ਰੋਗਰਾਮ ਏਅਰ ਹੋ ਗਿਆ, 400 ਮਿਲੀਅਨ ਲੋਕਾਂ ਨੂੰ ਕੋਈ ਨਾ ਕੋਈ ਵੈਕਸੀਨ ਕੋਵਿਡ ਦੀ ਲੱਗ ਚੁੱਕੀ ਹੈ ਆਲ ਓਵਰ ਦ ਵਰਲਡ।
ਸਭ ਤੋਂ ਜ਼ਿਆਦਾ ਜਿਹੜਾ ਟੀਕਾ ਹੈ ਉਹ ਇਜ਼ਰਾਈਲ 'ਚ ਲੱਗਾ। 60% ਇਜ਼ਰਾਈਲੀ ਲੋਕ ਜਿਹੜੇ ਰਹਿੰਦੇ ਇਜ਼ਰਾਈਲ 'ਚ ਉਹਨਾਂ ਨੂੰ ਵੈਕਸੀਨੇਸ਼ਨ ਲੱਗ ਚੁੱਕੀ ਆ। ਬਹੁਤਿਆਂ ਨੂੰ 1 ਡੋਜ਼ ਔਰ ਬਹੁਤ ਸਾਰਿਆਂ ਨੂੰ 2-2 ਡੋਜ਼। ਸਾਡੇ ਕੋਲ ਇੱਥੇ ਕਾਫੀ ਵੱਡਾ ਡੇਟਾ 7% ਕੈਨੇਡੀਅਨ ਨੂੰ ਟੀਕਾ ਲੱਗ ਚੁੱਕਿਆ ਹੈ। ਓਵਰ 400,000 ਬ੍ਰਿਟਿਸ਼ ਕੋਲੰਬੀਅਨਸ ਨੂੰ ਲੱਗ ਚੁੱਕਿਆ ਹੈ। ਸੋ ਸਾਡਾ ਵੀ ਡੇਟਾ ਜਿਹੜਾ ਕੈਨੇਡਾ ਦਾ ਉਹ ਮੈਚ ਕਰਦਾ ਇਜ਼ਰਾਈਲ ਦੇ ਨਾਲ। ਜਦੋਂ ਆਪਾਂ ਰਿਸਰਚ ਕਰ ਰਹੇ ਸੀ ਫਾਈਜ਼ਰ ਵਾਲੇ ਮੋਡਰਨਾ ਵਾਲੇ ਉਹ ਕਹਿੰਦੇ ਸੀ 1 ਡੋਜ਼ ਦੇ ਬਾਅਦ 55% ਐਂਟੀਬਾਡੀ ਲੈਵਲ ਬਣਦਾ, 2 ਡੋਜ਼ ਦੇ ਨਾਲ 94 to 95% ਬਣਦਾ। ਚਲੋ ਠੀਕ ਹੈ, ਲੇਕਿਨ ਅਗਰ ਆਪਾਂ ਰਿਐਲਿਟੀ 'ਚ ਦੇਖੀਏ ਤਾਂ 1 ਡੋਜ਼ ਦੇ ਨਾਲ 70% ਐਂਟੀਬਾਡੀਜ਼ ਬਣ ਰਹੀ ਹੈ। ਇਜ਼ਰਾਈਲ ਤੋਂ, ਸਕਾਟਲੈਂਡ ਤੋਂ ਔਰ ਸਾਡਾ ਨੈਸ਼ਨਲ ਐਡਵਾਈਜ਼ਰੀ ਕਮੇਟੀ ਔਨ ਇਮਨਾਈਜੇਸ਼ਨ NACI ਉਹ ਵੀ ਦੱਸ ਰਹੀ ਹੈ ਵੀ ਜਿਹੜਾ ਕੈਨੇਡਾ ਦੇ ਵਿੱਚ ਰਿਸਰਚ ਹੋਇਆ, ਅਸੀਂ ਵੀ ਰਿਸਰਚ ਕਰਦੇ ਹਾਂ, ਏਦਾਂ ਵੀ ਨਹੀਂ ਕਰਦੇ। ਸੋ ਇਹ ਡਾਕਟਰ ਬੌਨੀ ਹੈਨਰੀ ਨੇ ਕਿਹਾ ਸੀ ਵੀ ਫਾਈਜ਼ਰ ਦਾ ਸੀ 21 ਦਿਨ ਦਾ ਘੱਟ ਤੋਂ ਘੱਟ ਗੈਪ ਹੋਣਾ ਚਾਹੀਦਾ 2 ਟੀਕਿਆਂ 'ਚ, ਮੋਡਰਨਾ ਦਾ ਸੀ 28 ਦਾ ਗੈਪ ਹੋਣਾ ਚਾਹੀਦਾ। ਜਦ ਰਿਸਰਚ ਕੀਤੀ ਉਹਨਾਂ ਨੇ 2 ਮਹੀਨੇ ਤੱਕ ਵੀ ਐਕਸਟੈਂਡ ਕਰਕੇ ਦੇਖਿਆ ਸੀ, ਕੋਈ ਫਰਕ ਨਹੀਂ ਪੈਂਦਾ। ਲੇਕਿਨ ਕਿਉਂਕਿ ਐਮਰਜੈਂਸੀ ਸਿਚੁਏਸ਼ਨ 'ਚ ਹੈਗੇ ਆ, ਸਾਨੂੰ ਦੇਖੋ ਫਿਰ ਮੈਂ ਕਹਿੰਦਾ ਸਾਡੇ ਕੋਲ ਕੋਈ ਵੈਕਸੀਨ ਨਹੀਂ ਜਿਹੜੀ 100% ਪ੍ਰੋਟੈਕਟਿਵ ਹੈ। ਜੀ ਮੇਨ ਮਕਸਦ ਇਹੀ ਆ ਵੀ ਜਿਹੜਾ ਸੀਵੀਅਰ ਕੇਸ ਹੈ ਕੋਵਿਡ ਦਾ ਉਹ ਨਾ ਹੋਏ, ਹਸਪੀਟਲਾਈਜੇਸ਼ਨ ਘਟਣ, ICU ਐਡਮਿਸ਼ਨ ਘਟਣ ਔਰ ਡੈਥ ਘਟਣ। ਔਰ ਤਾਂ ਹੀ ਸੰਭਵ ਹੋਏਗਾ ਅਗਰ ਰੈਪਿਡਲੀ ਅਸੀਂ ਸਾਰੇ ਸਾਡੇ ਜਿਹੜੇ ਬਾਸ਼ਿੰਦੇ ਆ BC ਦੇ ਔਰ ਕੈਨੇਡਾ ਦੇ ਉਹਨਾਂ ਨੂੰ ਲਾਈਏ। ਔਰ 1 ਡੋਜ਼ ਦੇ ਨਾਲ ਵੀ ਇਜ਼ਰਾਈਲ ਤੋਂ ਰਿਸਰਚ ਆ ਰਹੀ ਹੈ, ਬੜੀ ਵਧੀਆ ਪ੍ਰੋਟੈਕਸ਼ਨ ਮਿਲਦੀ ਆ। ਹੁਣ ਮੈਂ ਤੁਹਾਨੂੰ ਇਜ਼ਰਾਈਲ ਦੀ ਗੱਲ ਦੱਸਦਾ ਵੀ ਜਿਹੜਾ ਉੱਥੇ ਮੋਸਟਲੀ ਫਾਈਜ਼ਰ ਹੀ ਯੂਜ਼ ਕੀਤਾ ਉਹਨਾਂ ਨੇ, ਉਹ ਅਰਾਊਂਡ 95% ਕਹਿੰਦੇ ਆ ਵੀ ਸਾਡੀ ਲੈਵਲ ਬਣ ਜਾਂਦੀ ਹੈ 2 ਡੋਜ਼ਸ ਦੇ ਨਾਲ, ਹੈ ਨਾ। ਸੋ ਤਾਂ ਵੀ 5% ਰਿਸਕ ਹੈਗਾ ਹੈ ਨਾ ਇਨਫੈਕਸ਼ਨ ਹੁੰਦਾ, ਬਟ ਉਹ ਰਿਐਲਿਟੀ 'ਚ 0.04% ਉਹ ਦੇਖ ਰਹੇ ਆ। ਇਵਨ ਇੰਨੀ ਜ਼ਿਆਦਾ ਇਫੈਕਟਿਵ ਹੈ। ਰਿਸਰਚ 'ਚ ਆਇਆ ਸੀ 95%, ਮੈਨੂੰ ਤਾਂ ਲੱਗਦਾ ਕਲੋਜ਼ ਟੂ 99 to 100% ਇਫੈਕਟਿਵ ਹੈਗੀ ਆ। ਸੋ ਇਹ ਸਾਰੀਆਂ ਅੱਛੀਆਂ ਚੀਜ਼ਾਂ ਹੈਗੀਆਂ। ਅਸੀਂ ਉਹ ਗੱਲਾਂ ਕਰ ਰਹੇ ਹਾਂ ਜਿਹੜੀਆਂ ਸਾਡੇ ਫਾਇਦੇਮੰਦ ਆ, ਲੇਕਿਨ ਵੈਕਸੀਨੇਸ਼ਨ ਉਹੀ ਚੰਗੀ ਹੈ ਜਿਹੜੀ ਤੁਹਾਡੇ ਮੋਢੇ 'ਚ ਤੁਹਾਨੂੰ ਲੱਗ ਗਈ, ਭਾਵੇਂ ਉਹ ਫਾਈਜ਼ਰ ਹੈ, ਮੋਡਰਨਾ ਹੈ, ਐਸਟਰਾਜ਼ੈਨੇਕਾ ਜਾਂ ਜੌਨਸਨ ਐਂਡ ਜੌਨਸਨ। ਸੋ ਨਾ ਹੀ ਤੁਸੀਂ ਨੈਗੋਸ਼ੀਏਟ ਕਰ ਸਕਦੇ ਹੋ ਵੀ ਨਹੀਂ ਭਾਈ ਮੈਨੂੰ ਇਹ ਲਾਉਣੀ ਹੈ, ਇਹ ਨਹੀਂ ਲਾਉਣੀ। ਜੀ ਬਿਲਕੁਲ, ਜਿਵੇਂ ਤੁਸੀਂ ਕਿਹਾ ਕਿ ਅਸੀਂ ਨੈਗੋਸ਼ੀਏਟ ਨਹੀਂ ਕਰ ਸਕਦੇ। ਇੱਕ ਸਰਵੇ ਵੀ ਆਇਆ ਆ, ਉਹਦੇ ਵਿੱਚ ਲੋਕਾਂ ਤੋਂ ਪੁੱਛਿਆ ਗਿਆ ਕਿ ਤੁਸੀਂ ਕਿਹੜੀ ਵੈਕਸੀਨ ਲਗਵਾਉਣ ਦੇ ਚਾਹਵਾਨ ਹੈਗੇ ਹੋ, ਤਾਂ ਲੋਕ ਕਹਿੰਦੇ ਆ, ਬਹੁਤ ਸਾਰੇ ਲੋਕ ਮੰਨਦੇ ਆ ਕਿ ਜਿਹੜੀ ਤੁਸੀਂ ਲਾ ਦੋਗੇ ਅਸੀਂ ਲਗਵਾ ਲਾਂਗੇ, ਪਰ ਬਹੁਤ ਸਾਰੇ ਕਹਿੰਦੇ ਅਸੀਂ ਉਦੋਂ ਤੱਕ ਵੇਟ ਕਰਾਂਗੇ ਜਦੋਂ ਤੁਸੀਂ ਚੋਇਸਿਸ ਦੇਣ ਲੱਗ ਜਾਓਗੇ। ਕੀ ਹੋ ਸਕਦਾ ਆਉਣ ਵਾਲੇ ਟਾਈਮ 'ਚ? ਨਹੀਂ, ਇਹੋ ਜਿਹੀ ਕੋਈ ਗੱਲ ਨਹੀਂ ਹੋਣੀ, ਕਿਉਂਕਿ ਅੱਛਾ ਦੇਖੋ ਜਿਹੜੀ ਤੁਸੀਂ ਫਾਰਮੇਸੀ ਦੀ ਗੱਲ ਕੀਤੀ ਸੀ ਉੱਥੇ ਐਸਟਰਾਜ਼ੈਨੇਕਾ ਆਪਣੀ ਪਹੁੰਚਾਉਣੀ ਸੌਖੀ ਆ, ਕਿਉਂਕਿ ਫਾਰਮੇਸੀ 'ਚ ਮੇਰੇ ਆਫਿਸ 'ਚ ਵੀ ਫ੍ਰਿਜ ਹੈਗਾ, ਫਾਰਮੇਸੀ 'ਚ ਵੀ ਫ੍ਰਿਜ ਹੈਗਾ। ਸੋ ਜਿਹੜੀ ਐਸਟਰਾਜ਼ੈਨੇਕਾ ਇਹਨੂੰ ਫ੍ਰਿਜ 'ਚ ਰੱਖ ਸਕਦੇ ਆ, ਇਹਦੀ ਸਟੋਰੇਜ ਦੀ ਟਰਾਂਸਪੋਰਟ ਦੀ ਕੋਈ ਵੱਡੀ ਤਰਾਸਦੀ ਨਹੀਂ ਹੈ। ਜਿਹੜੀ ਫਾਈਜ਼ਰ ਔਰ ਮੋਡਰਨਾ, ਫਾਈਜ਼ਰ -80, ਮੋਡਰਨਾ -20 ਚਾਹੀਦਾ, ਇਸ ਲਈ ਬਹੁਤਾ ਕਰਕੇ ਉਹ ਹਸਪੀਟਲ ਸੈਟਿੰਗਸ 'ਚ ਹੀ ਹੁੰਦੀ ਹੈ। ਅਗਰ ਆਪਾਂ ਉਹਨੂੰ ਥਾ ਕਰਦੇ ਆ ਤੇ ਵਿਦਿਨ ਅ ਡੇ ਉਹਨੂੰ ਯੂਜ਼ ਕਰਨਾ ਪੈਂਦਾ। ਇਵਨ ਜਿਹੜੇ ਆਪਾਂ ਸੈਂਟਰ ਹੈ ਜਿੱਥੇ ਮੈਂ ਵੀ ਲਾਇਆ ਸੀ ਡਰਾਈਵ ਥਰੂ, ਉਹ ਥਾ ਕਰਕੇ ਸਮਾਨ ਫਿਰ ਉਹ 1 ਦਿਨ ਦੇ ਵਿੱਚ ਓਨਾ ਹੀ ਪ੍ਰੀਪੇਅਰ ਕਰਦੇ ਜਿੰਨੇ ਬੁੱਕਡ ਹੁੰਦੇ ਆ ਅਪਾਇੰਟਮੈਂਟ, ਤਾਂ ਕਿ ਯੂਜ਼ ਕੀਤੇ ਜਾਣ। ਇੱਕ ਵਾਇਲ ਦੇ ਵਿੱਚ 6 ਡੋਜ਼ਸ ਉਹ ਯੂਜ਼ ਕਰਦੇ, 0.3 ml ਉਹ ਮਸਲ ਦੇ ਟੀਕਾ ਲਾਇਆ ਜਾਂਦਾ, ਬਹੁਤਾ ਕਰਕੇ ਖੱਬੇ ਪਾਸੇ, ਬਟ ਕੋਈ ਵਜ੍ਹਾ ਕਰਕੇ ਕਿਸੇ ਨੇ ਸੱਜੇ ਲਾਉਣਾ ਉਹਦੀ ਮਰਜ਼ੀ ਆ। ਦੂਜੀ ਗੱਲ ਇਹ ਹੈਗੀ ਆ ਵੀ ਆਪਾਂ ਇਹ ਚਾਹੁੰਦੇ ਆ ਕੈਨੇਡਾ ਦੇ ਵਿੱਚ ਕੋਵਿਡ ਦਾ ਜਿਹੜਾ ਪੈਂਡੇਮਿਕ ਆ ਉਹਨੂੰ ਬਹੁਤ ਥੱਲੇ ਲੈ ਕੇ ਆਇਆ ਜਾਏ, ਤਾਂ ਕਿ ਸਾਡੀ ਇਕਨੋਮੀ, ਸਾਡਾ ਮਿਲਣਾ ਜੁਲਣਾ, ਸਾਡੀ ਹੋਰ ਚੀਜ਼ਾਂ ਖੁੱਲ ਸਕਣ। ਔਰ ਤਾਂ ਹੀ ਸੰਭਵ ਹੈਗਾ ਜਦ 70 ਤੋਂ 80% ਕੈਨੇਡੀਅਨ ਨੂੰ ਟੀਕਾ ਲੱਗ ਚੁੱਕਾ ਹੋਏਗਾ, ਜਿਹਨੂੰ ਆਪਾਂ ਹਰਡ ਇਮਿਊਨਿਟੀ ਕਹਿੰਦੇ ਆ। ਇਹ ਲਫ਼ਜ਼ ਪਰ ਯੂਜ਼ ਕੀਤਾ, ਔਰ ਹਰਡ ਇਮਿਊਨਿਟੀ ਜਦ ਤੱਕ ਨਹੀਂ ਹੁੰਦੀ ਤਦ ਤੱਕ ਸਾਰਿਆਂ ਨੂੰ ਮਤਲਬ ਰਿਸਟ੍ਰਿਕਸ਼ਨਸ ਦੇ ਵਿੱਚ ਬੰਨਣ 'ਚ ਰਹਿਣਾ ਪਊਗਾ। ਜੀ ਡਾਕਟਰ ਸਾਹਿਬ, ਜਿੱਦਾਂ ਤੁਸੀਂ ਕਿਹਾ ਕਿ ਕੈਨੇਡਾ ਦੇ ਵਿੱਚ ਵੀ ਰਿਸਰਚ ਹੁੰਦੀ ਹੈ, ਇਹ ਨਹੀਂ ਕਿ ਕੈਨੇਡਾ ਦੇ ਵਿੱਚ ਰਿਸਰਚ ਨਹੀਂ ਕਰਦੇ। ਹੁਣ ਮੋਡਰਨਾ ਜਿਹੜੀ ਆ ਉਹ ਕਰ ਰਹੀ ਹੈ ਰਿਸਰਚ। ਜਦੋਂ ਪਹਿਲਾਂ ਕਹਿੰਦੇ ਸੀ ਕਿ ਜਿਹੜੇ ਬੱਚੇ ਆ 16 ਸਾਲ ਤੋਂ ਘੱਟ ਉਹਨਾਂ ਦੇ ਜਿਹੜੇ ਇਹ ਟੀਕੇ ਨਹੀਂ ਲਗਾਏ ਜਾਣਗੇ, ਪਰ ਹੁਣ ਰਿਸਰਚ ਸ਼ੁਰੂ ਹੋ ਰਹੀ ਹੈ ਕਿਉਂਕਿ ਉਹਨਾਂ ਨੂੰ ਵੀ ਤਾਂ ਇੱਕ ਦਿਨ ਟੀਕਾ ਜਿਹੜਾ ਲਗਾਇਆ ਜਾਣਾ ਆ। ਸੋ ਅਮਰੀਕਾ ਦੇ ਵਿੱਚ ਵੀ ਰਿਸਰਚ ਹੋ ਰਹੀ ਹੈ, ਕੈਨੇਡਾ ਦੇ ਵਿੱਚ ਵੀ ਰਿਸਰਚ ਹੋ ਰਹੀ ਹੈ। ਤੁਹਾਨੂੰ ਕੀ ਲੱਗਦਾ ਕਿ ਕਦੋਂ ਤੱਕ ਉਹ ਰਿਸਰਚ ਕੰਪਲੀਟ ਹੋ ਕੇ ਕਦੋਂ ਤੱਕ ਵੈਕਸੀਨ ਆ ਜਾਵੇਗੀ? ਇਹ ਅੱਛੀਆਂ ਗੱਲਾਂ ਹੈ। ਜਿਹੜੇ ਮੋਡਰਨਾ ਵਾਲੇ ਉਹਨਾਂ ਨੇ 6750 ਉਹਦੇ ਵਿੱਚ ਅਮਰੀਕਨ ਔਰ ਕੈਨੇਡੀਅਨ ਬੱਚੇ ਲੈਣੇ 6 ਮਹੀਨੇ ਤੋਂ 12 ਸਾਲ ਦੀ ਉਮਰ 'ਚ ਤਾਂ ਪੋਪੂਲੇਸ਼ਨ ਉਹਨਾਂ ਲੈਣਾ, ਔਰ 6 ਮਹੀਨੇ ਤੋਂ 2 ਸਾਲ ਦਾ ਜਿਹੜਾ ਪੋਪੂਲੇਸ਼ਨ ਹੈ ਉਹਨੂੰ ਥੋੜੀ ਹਾਫ ਡੋਜ਼ ਦੇਣੀ ਆ, ਦੂਜਿਆਂ ਨੂੰ ਥੋੜੀ ਵਧੇਰੀ ਡੋਜ਼ ਦੇ ਕੇ ਉਹਨਾਂ ਨੇ ਰਿਸਰਚ ਕਰਕੇ ਦੇਖਣਾ ਵੀ ਡੋਜ਼ ਕਿਹੜੀ ਠੀਕ ਹੈ। ਹੁਣ ਮੈਂ ਤੁਹਾਨੂੰ ਗੁੱਡ ਨਿਊਜ਼ ਦੱਸਦਾ, ਇਜ਼ਰਾਈਲ 'ਚ ਆਲਰੇਡੀ ਉਹ ਕਈ ਹਜ਼ਾਰ ਬੱਚਿਆਂ ਨੂੰ ਫਾਈਜ਼ਰ ਦੇ ਚੁੱਕੇ ਆ,
ਜਿਹੜੇ 12 ਸਾਲ ਤੋਂ 16 ਸਾਲ ਦੇ ਸੀ, ਐਂਟੀਬਾਡੀ ਲੈਵਲ ਵਧੀਆ ਬਣਦੀ ਹੈ, ਪ੍ਰੋਟੈਕਸ਼ਨ ਵਧੀਆ ਬਣਦੀ ਹੈ। ਦੇਖੋ ਜਦੋਂ ਵੀ ਕੋਈ ਨਵੀਂ ਦਵਾਈ ਬਣਦੀ ਆ, ਨਵਾਂ ਵੈਕਸੀਨੇਸ਼ਨ ਬਣਦਾ, ਉਸ ਵਿੱਚ ਬੱਚੇ ਸ਼ਾਮਿਲ ਨਹੀਂ ਹੁੰਦੇ ਟ੍ਰਾਇਲ 'ਚ, ਕਿਉਂਕਿ ਬੱਚਿਆਂ ਨੇ ਤੇ ਸਕੂਲ ਜਾਣਾ ਔਰ ਬੱਚਿਆਂ ਦੀ ਜਿਹੜੀ ਸੇਫਟੀ ਉਹ ਸਾਨੂੰ ਅਟਮੋਸਟ ਇੰਪੋਰਟੈਂਟ ਹੈਗੀ ਹੈ। ਜਿਹੜੇ ਕੇਅਰ ਕਰਦੇ ਮੋਸਟਲੀ ਐਡਲਟ ਹੁੰਦੇ ਆ, ਹਨਾ, ਯੂਨੀਵਰਸਿਟੀ ਸਟੂਡੈਂਟ ਹੁੰਦੇ ਆ ਜਾਂ ਥੋੜੇ ਮੈਚੁਰ ਹੁੰਦੇ ਆ, ਜਿਹੜੇ ਆਪਣੇ ਕੰਪੈਸ਼ਨੇਟ ਗਰਾਊਂਡ 'ਚ ਵੋਲੰਟੀਅਰਿਜ਼ਮ ਕਰਦੇ ਆ। ਸੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਸਾਹਮਣੇ ਆਉਂਦੀਆਂ। ਹੁਣ ਜਿਹੜੀ ਮੋਡਰਨਾ ਦੀ ਰਿਸਰਚ, ਇਵਨ ਫਾਈਜ਼ਰ ਦੀ ਚੱਲ ਰਹੀ ਹੈ ਔਰ ਆਕਸਫੋਰਡ ਦੀ ਵੀ ਚੱਲ ਰਹੀ ਆ, ਉਹਦੇ ਵਿੱਚ ਇਹ ਆ ਵੀ ਆਉਣ ਵਾਲੇ ਕਰੀਬਨ 3-4 ਮਹੀਨੇ ਤੱਕ ਸਾਨੂੰ ਡੇਟਾ ਮਿਲੂਗਾ ਔਰ ਮੈਨੂੰ ਲੱਗਦਾ ਵੀ ਸੈਪਟੈਂਬਰ ਤੋਂ ਦਸੰਬਰ ਦੇ ਵਿੱਚ ਬੱਚਿਆਂ ਦੀ ਵਾਰੀ ਵੀ ਆਊਗੀ ਵੈਕਸੀਨੇਸ਼ਨ ਵਾਸਤੇ। ਉਦੋਂ ਤੱਕ ਨਹੀਂ ਆਊਗੀ ਜਦ ਤੱਕ ਸਾਨੂੰ ਸੇਫਟੀ ਔਰ ਡੇਟਾ ਨਹੀਂ ਮਿਲਦਾ। ਇਸ ਇੰਪੋਰਟੈਂਟ ਆ ਵੀ ਸਾਡੇ ਕੋਲ ਕੈਨੇਡਾ 'ਚ 16 ਸਾਲ ਤੋਂ ਥੱਲੇ ਕਰੀਬਨ 6 ਮਿਲੀਅਨ ਬੱਚਾ, ਅਗਰ 38 ਮਿਲੀਅਨ ਦੀ ਆਬਾਦੀ ਕਹੀਏ ਤੇ 6 ਮਿਲੀਅਨ ਬੱਚਾ, ਸੋ ਉਹਦੇ ਵਿੱਚ ਉਹਨਾਂ ਨੂੰ ਵੀ ਪ੍ਰੋਟੈਕਸ਼ਨ ਚਾਹੀਦੀ ਹੈ, ਸਕੂਲ 'ਚ ਪ੍ਰੋਟੈਕਸ਼ਨ ਚਾਹੀਦੀ ਆ ਔਰ ਉਹ ਹਰਡ ਇਮਿਊਨਿਟੀ ਦਾ ਹਿੱਸਾ ਬਣ ਸਕਦੇ ਆ ਤਾਂ ਕਿ ਜਿਹੜਾ ਵਾਇਰਸ ਦਾ ਜਿਹੜਾ ਟ੍ਰਾਂਸਮਿਸ਼ਨ ਹੈ ਉਹ ਬ੍ਰੇਕ ਡਾਊਨ ਹੋ। ਜੀ ਡਾਕਟਰ ਸਾਹਿਬ, ਜਿੱਦਾਂ ਹੁਣ ਜਿਵੇਂ ਕੋਵਿਡ ਆਪਣਾ ਰੂਪ ਬਦਲ ਰਿਹਾ, ਉਵੇਂ ਨਵੀਆਂ ਗਾਈਡਲਾਈਨਸ ਆ ਰਹੀਆਂ ਨੇ, ਨਵੀਂ ਚੀਜ਼ ਸਾਹਮਣੇ ਆ ਰਹੀ ਹੈ। ਹੁਣ ਪਿਛਲੇ ਹਫ਼ਤੇ ਤੁਹਾਨੂੰ ਯਾਦ ਹੋਣਾ CDC ਨੇ ਇਹ ਕਿਹਾ ਸੀ ਕਿ ਜਿਹੜੀ ਫੈਮਿਲੀ ਨੂੰ ਪੂਰੀ ਵੈਕਸੀਨੇਸ਼ਨ ਲੱਗ ਗਈ ਹੈ, ਉਹ ਜਿਵੇਂ ਜਿਹੜੇ ਪ੍ਰੀਕਾਸ਼ਨਸ ਆ ਉਹ ਘੱਟ ਕਰਨੇ ਸ਼ੁਰੂ ਕਰ ਸਕਦੇ ਆ, ਜਿਵੇਂ ਮਾਸਕ ਪਾਉਣਾ ਘੱਟ ਕਰਨਾ ਸ਼ੁਰੂ ਕਰ ਸਕਦੇ ਆ, ਉਹ ਡਿਸਟੈਂਸ ਵਧਾਉਣਾ ਜਿਹੜਾ ਹੈ, ਉਹ ਆਪਸ ਦੇ ਗ੍ਰੈਂਡ ਪੇਰੈਂਟਸ ਨੂੰ ਮਿਲ ਸਕਦੇ ਆ, ਫੈਮਲੀਜ਼ ਇਕੱਠੀਆਂ ਹੋ ਸਕਦੀਆਂ ਨੇ। ਤੇ ਹੁਣ ਨਾਲ CDC ਇਹ ਵੀ ਸਰਵੇਖਣ ਕਰ ਰਹੀ ਹੈ, ਇਹ ਵੀ ਦੇਖ ਰਹੀ ਹੈ ਕਿ ਜੇ ਸਕੂਲ ਖੋਲ੍ਹਣੇ ਆ, ਤੇ ਕਿਉਂਕਿ ਕਈ ਸਕੂਲਾਂ ਦੇ ਵਿੱਚ, ਅਮਰੀਕਾ ਦੇ ਵਿੱਚ ਅਸੀਂ ਦੇਖੀਏ ਤਾਂ ਉੱਥੇ ਕਈ ਸਕੂਲਾਂ ਦੇ ਵਿੱਚ ਸਿਰਫ 3 ਫੁੱਟ ਦੀ ਦੂਰੀ ਹੈ। ਜਿਵੇਂ ਹੁਣ 6 ਫੁੱਟ ਦੀ ਅਸੀਂ ਦੂਰੀ ਦਾ ਜਿਹੜਾ ਇੱਕ ਨਿਯਮ ਬਣਾਇਆ ਹੋਇਆ ਕਿ 6 ਫੁੱਟ ਅਸੀਂ ਇੱਕ ਦੂਜੇ ਤੋਂ ਦੂਰ ਰਹਿਣਾ ਆ, ਤਾਂ ਉੱਥੇ ਹੁਣ ਕਹਿ ਰਹੇ ਆ ਕਿ 1 ਮੀਟਰ ਯਾਨੀ ਕਿ 3 ਫੁੱਟ ਦੀ ਦੂਰੀ ਤੇ ਵੀ ਅਸੀਂ ਸਕੂਲ ਜਿਹੜੇ ਆ ਖੋਲ ਸਕਦੇ ਆ। ਹੁਣ ਜਿਹੜੀਆਂ ਇਹ ਗਾਈਡਲਾਈਨਸ ਹੈ ਕਿੰਨੀਆਂ ਕਿ ਸਹੀ ਹੋ ਸਕਦੀਆਂ? ਦੇਖੋ ਰਿਸਰਚ ਜਿਹੜਾ ਹੈਗਾ ਸਾਡੇ ਕੋਲ ਬੜਾ ਪੁਰਾਣਾ ਸੀ ਔਰ ਕੋਵਿਡ ਨੇ ਜਦੋਂ ਸਾਡਾ ਹਮਲਾ ਕੀਤਾ ਅਸੀਂ ਹੌਲੀ ਰਿਸਰਚ ਕਰਨ ਲੱਗੇ। ਸੋ ਜਿਹੜੀ ਗਾਈਡਲਾਈਨ ਸੀ ਅਟੇ ਸਟੇ ਸੀ ਵੀ 6 ਫੁੱਟ ਕਰ ਲਓ। ਯੂਰਪ 'ਚ 3 ਫੁੱਟ ਦੀਆਂ ਰਹੀਆਂ ਬਹੁਤ ਲੰਬੇ ਅਰਸੇ ਤੱਕ ਔਰ ਜਿਹੜਾ CDC ਅਮਰੀਕਾ ਉਹ ਫਿਰ 3 ਫੁੱਟ ਦੀ ਕਹਿ ਰਿਹਾ। ਇਹ ਇੰਪੋਰਟੈਂਟ ਵੀ ਹੈਗਾ। ਦੂਜੀ ਪ੍ਰੋਬਲਮ ਪਤਾ ਕੀ ਹੈ, ਅਮਰੀਕਾ 'ਚ ਬਹੁਤ ਸਾਰੇ ਲੋਕੀ ਪਬਲਿਕ ਹੈਲਥ ਦੀ ਜਿਹੜੀ ਚੇਤਾਵਨੀ ਉਹਨੂੰ ਫੋਲੋ ਨਹੀਂ ਕਰ ਰਹੇ। ਉੱਥੇ ਮੌਸਮ ਜਿਹੜਾ ਕੈਨੇਡਾ ਨਾਲੋਂ ਥੋੜਾ ਛੇਤੀ ਗਰਮ ਹੋ ਜਾਂਦਾ, ਬੀਚਾਂ ਭਰੀਆਂ ਪਈਆਂ, ਮੋਢੇ ਦੇ ਨਾਲ ਮੋਢਾ ਵੱਜ ਰਿਹਾ ਉੱਥੇ, ਹਨਾ। ਔਰ ਜਿਹੜੀ ਇੱਕ ਦੁਖਦਾਈ ਖਬਰ ਉਹ ਹੋਰ ਅਮਰੀਕਾ ਤੋਂ ਆ ਰਹੀ ਆ ਵੀ 35% ਜਿਹੜੇ ਰਿਪਬਲਿਕਨ ਵੋਟਰ ਸੀ ਉਹ ਕਹਿੰਦੇ ਸੀ ਟੀਕਾ ਨਹੀਂ ਲਾਉਣਾ, ਜਿਹੜੇ 10% ਡੈਮੋਕ੍ਰੇਟ ਸੀ ਉਹ ਵੀ ਕਹਿੰਦੇ ਅਸੀਂ ਟੀਕਾ ਨਹੀਂ ਲਾਉਣਾ। ਸੋ ਅਮਰੀਕਾ ਹਰਡ ਇਮਿਊਨਿਟੀ ਕਿੱਦਾਂ ਕ੍ਰੀਏਟ ਕਰੂਗਾ, ਹਨਾ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਉਹਨਾਂ ਦੀ ਆਪਣੀ ਇਸ਼ੂ ਹੈਗੀ ਆ। ਕੈਨੇਡਾ ਦੇ ਵਿੱਚ ਸੋ ਫਾਰ ਸਾਡੇ ਰੂਲਸ ਉਹੀ ਆ, ਪੁਰਾਣੇ ਹੀ ਆ। 6 ਫੁੱਟ ਦੀ ਦੂਰੀ ਘੱਟ ਤੋਂ ਘੱਟ ਰੱਖੋ। ਸਾਡਾ ਮੁਲਕ ਵੀ ਬੜਾ ਵਿਸ਼ਾਲ ਆ, ਬਹੁਤ ਵੱਡਾ ਹੈ, ਘਰ ਵੀ ਇੰਨੇ ਵੱਡੇ ਆ, ਕਾਰਾਂ ਵੀ ਵੱਡੀਆਂ, ਰੋਡਾਂ ਵੀ ਵੱਡੀਆਂ। ਸੋ ਇਸ ਲਈ ਸਾਨੂੰ ਕੋਈ ਕੰਜੈਸ਼ਨ 'ਚ ਰਹਿਣ ਦੀ ਲੋੜ ਨਹੀਂ। ਜਿੰਨੀ ਦੂਰੀ ਜ਼ਿਆਦਾ ਹੋਏਗੀ ਉਹਨਾਂ ਟ੍ਰੈਜੈਕਟਰੀ, ਜਿੱਦਾਂ ਸਮਝੋ ਮੈਂ ਖੰਘਦਾ ਜਾਂ ਛਿੱਕ ਮਾਰਦਾ ਜਾਂ ਮੇਰੇ ਕੋਵਿਡ ਟਰੈਵਲ ਹੁੰਦਾ, ਬਹੁਤਾ ਰਿਸਰਚ ਸ਼ੋ ਕਰਦਾ ਵੀ 3 ਫੁੱਟ ਤੱਕ ਡਿੱਗ ਜਾਂਦਾ, ਥੋੜਾ ਬਹੁਤ 6 ਫੁੱਟ ਤੱਕ ਜਾਂਦਾ। ਤਾਂ ਅਗਰ ਆਪਾਂ 6 ਫੁੱਟ ਤੋਂ 8 ਫੁੱਟ ਦੂਰੀ ਥੋੜਾ ਟਾਈਮ ਹੋਰ ਰੱਖ ਲਈ, ਆਪਾਂ ਸਾਲ ਤਾਂ ਰੱਖੀ ਆ, 4-6 ਮਹੀਨੇ ਕਰ ਲਈ ਜਦ ਤੱਕ ਸਾਰਿਆਂ ਨੂੰ ਟੀਕਾ ਲੱਗ ਜਾਂਦਾ। ਸੋ ਇਸ ਲਈ ਸਾਡੀ ਜਦ ਤੱਕ ਗਾਈਡਲਾਈਨਸ ਨਹੀਂ ਆਉਂਦੀਆਂ ਅਸੀਂ ਉਹਦੇ ਉੱਤੇ ਨਹੀਂ ਜਾਣਾ। ਅਸੀਂ ਸਾਡੀ ਲੋਕਲ ਜਿਹੜੀ ਪ੍ਰੋਵਿੰਸ਼ੀਅਲ ਹੈਲਥ ਆਫਿਸਰਸ ਨੇ ਜੋ ਗਾਈਡਲਾਈਨਸ ਦਿੰਦੇ ਆ ਉਹਦੇ ਉੱਤੇ ਹੀ ਅਸੀਂ ਬਰਕਰਾਰ ਰਹਿਣਾ। ਡਾਕਟਰ ਸਾਹਿਬ ਨਾਲ ਹੁਣ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਜਦੋਂ ਸਾਰਿਆਂ ਨੂੰ ਹੀ ਵੈਕਸੀਨ ਲੱਗ ਜਾਏਗੀ ਉਸ ਤੋਂ ਬਾਅਦ ਅਸੀਂ ਆਵਾਜਾਈ ਕਰ ਸਕਦੇ ਹਾਂ, ਇੱਕ ਦੂਜੇ ਦੇ ਮੁਲਕ ਦੇ ਵਿੱਚ ਟਰੈਵਲ ਕਰ ਸਕਦੇ ਹਾਂ। ਜਦੋਂ ਟਰੈਵਲ ਦੀ ਗੱਲ ਆਉਂਦੀ ਹੈ ਤਾਂ ਹੁਣ ਅਸੀਂ ਦੇਖਿਆ ਕਿ ਬਹੁਤ ਸਾਰੇ ਨਿਯਮ ਸਾਹਮਣੇ ਆਏ ਆ ਕਿ ਜੇ ਤੁਸੀਂ ਕਰਨਾ ਤਾਂ 72 ਘੰਟੇ ਪਹਿਲਾਂ ਤੁਹਾਡੀ COVID-19 ਰਿਪੋਰਟ ਨੈਗੇਟਿਵ ਹੋਣੀ ਚਾਹੀਦੀ ਹੈ, ਹੋਰ ਬਹੁਤ ਕੁਝ, ਆਈਸੋਲੇਸ਼ਨ ਦੇ ਵਿੱਚ ਰਹਿਣਾ ਹੈ। ਪਰ ਨਾਲ ਇੱਕ ਗੱਲ ਬਹੁਤ ਜ਼ਿਆਦਾ ਜਿਹੜੀ ਸੁਰਖੀਆਂ ਦੇ ਵਿੱਚ ਇਹ ਹੈ ਕਿ ਟਰੈਵਲ ਪਾਸਪੋਰਟ ਹੋਣਾ ਚਾਹੀਦਾ। WHO ਇਹ ਕਹਿ ਰਿਹਾ ਕਿ ਟਰੈਵਲ ਪਾਸਪੋਰਟ ਦੇ ਲਈ ਹਜੇ ਸਮਾਂ ਬਹੁਤ ਅਰਲੀ ਹੈ ਕਿਉਂਕਿ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਹਜੇ ਵੈਕਸੀਨ ਪਹੁੰਚੀ ਵੀ ਨਹੀਂ ਜਾਂ ਬਹੁਤ ਸਾਰੇ ਘੱਟ ਲੋਕਾਂ ਨੂੰ ਵੈਕਸੀਨ ਲੱਗੀ ਹੈ। ਉਧਰ ਦੂਜੇ ਪਾਸੇ ਕਹਿੰਦੇ ਕਿ ਹਜੇ ਅਸੀਂ ਦੇਖ ਰਹੇ ਹਾਂ ਕਿ ਟਰੈਵਲ ਪਾਸਪੋਰਟ ਹੋਣਾ ਚਾਹੀਦਾ ਹੈ, ਨਹੀਂ ਹੋਣਾ ਚਾਹੀਦਾ। ਤੁਹਾਡੀ ਕੀ ਰਾਏ ਹੈ ਇਸ ਬਾਰੇ? ਇਹਦੀ ਡਿਬੇਟ ਪਿਛਲੇ ਹਫਤੇ ਤੋਂ ਚੱਲ ਰਹੀ ਔਰ ਬੜਾ ਇਹ ਸੰਗੀਨ ਮਾਮਲਾ ਹੈਗਾ। ਦੇਖੋ ਇੱਕ ਗੱਲ ਮੈਂ ਕਹਿੰਦਾ, ਅਗਰ ਤੁਸੀਂ ਕੋਈ ਅਫਰੀਕਨ ਕੰਟਰੀ ਜਾਣਾ ਜਾਂ ਕੁਝ ਹੋਰ ਮੁਲਕਾਂ 'ਚ ਜਾਣਾ, ਜਦ ਤੱਕ ਉਹ ਸਪੈਸੀਫਿਕ ਟੀਕੇ ਨਹੀਂ ਲੱਗੇ ਹੁੰਦੇ, ਕੋਵਿਡ ਦੀ ਗੱਲ ਛੱਡੋ, ਹੋਰ ਟੀਕੇ ਜਿਹੜਾ ਹੁੰਦਾ, ਯੈਲੋ ਫੀਵਰ ਹੁੰਦਾ, ਐਨਕੈਫਲਾਈਟਿਸ ਦਾ, ਮੈਨੇਜਾਈਟਿਸ, ਤਦ ਤੱਕ ਤੁਹਾਨੂੰ ਵੀਜ਼ਾ ਨਹੀਂ ਮਿਲਦਾ। ਸੋ ਤੁਸੀਂ ਕਹਿ ਟਰੈਵਲ ਕਲੀਨਿਕ ਲਾ ਕੇ ਉਹ ਟੀਕੇ ਲਾਉਂਦੇ ਹੋ ਤਾਂ ਕਿ ਤੁਸੀਂ ਅਗਰ ਉਸ ਕੰਟਰੀ 'ਚ ਜਾਣਾ। ਸੋ ਇੰਟਰਨੈਸ਼ਨਲੀ ਤੇ ਰੂਲਸ ਬਣੇ ਹੋਏ ਆ, ਹਨਾ, ਉਹ ਠੀਕ ਹੈ। ਔਰ ਇੰਟਰਨੈਸ਼ਨਲ ਟਰੈਵਲ ਦੇ ਲਈ ਕੋਵਿਡ ਦੇ ਵੀ ਟੀਕੇ ਲੱਗੇ ਹੋਣੇ ਜ਼ਰੂਰੀ ਹੋਣਗੇ ਜਦ ਅਸੀਂ ਟਰੈਵਲ ਕਰਨਾ। ਔਰ
ਜਿਹੜੇ ਸਾਡੇ ਕੰਟਰੀ 'ਚ ਐਂਟਰ ਕਰ ਰਹੇ ਉਹਨਾਂ ਨੂੰ ਵੀ ਇਹ ਚੀਜ਼ਾਂ ਮੰਨਣੀਆਂ ਪੈਣੀਆਂ ਹਨਾ। ਦੇਖੋ ਮੋਸਟਲੀ ਸਾਡੀ ਟਰੈਵਲਿੰਗ ਹੁੰਦੀ ਆ ਅਮਰੀਕਾ ਦੇ ਨਾਲ, ਜਿਹੜਾ ਬਾਰਡਰ ਜਿਹੜਾ ਸਾਡਾ ਇੰਨਾ ਵੱਡਾ, ਔਰ ਮੈਨੂੰ ਲੱਗਦਾ ਵੀ ਕਾਫੀ ਹੱਦ ਤੱਕ ਸਮਰ ਜਾਂ ਲੇਟ ਸਮਰ 'ਚ ਇਹ ਬਾਰਡਰ ਖੁੱਲੂਗਾ ਜਦ ਦੋਵੇਂ ਪਾਸੇ ਵੈਕਸੀਨੇਸ਼ਨ ਦੀ ਮੁਹਿੰਮ ਬਹੁਤ ਜ਼ਿਆਦਾ ਜ਼ੋਰ ਪਕੜ ਚੁੱਕੀ ਹੋਏਗੀ, ਬਹੁਤ ਸਾਰਿਆਂ ਨੂੰ ਵੈਕਸੀਨੇਸ਼ਨ ਲੱਗ ਚੁੱਕੀ ਹੋਏਗੀ। ਹੁਣ ਸਮੱਸਿਆ ਖੜੀ ਹੋ ਗਈ ਹੈ ਵੀ ਇਜ਼ਰਾਈਲ ਨੇ ਆਲਰੇਡੀ ਗ੍ਰੀਨ ਪਾਸਿਸ, ਜਿਹਨੂੰ ਆਪਾਂ ਪਾਸਪੋਰਟ ਕਹਿੰਦੇ, ਇਸ਼ੂ ਕਰਨੇ ਸ਼ੁਰੂ ਕਰ ਦਿੱਤੇ, ਜਿਨ੍ਹਾਂ ਨੂੰ 2-2 ਟੀਕੇ ਲੱਗੇ ਆ। ਤੁਸੀਂ ਚਲੇ ਜਾਓ, ਮੂਵੀ ਥੀਏਟਰ ਚਲੇ ਜਾਓ, ਬਾਹਰ ਚਲੇ ਜਾਓ, ਰੈਸਟੋਰੈਂਟ ਚਲੇ ਜਾਓ, ਬਿਗ ਮਾਲਸ 'ਚ ਚਲੇ ਜਾਓ, ਵੀ ਤੁਹਾਡੀ ਪ੍ਰੋਟੈਕਸ਼ਨ ਠੀਕ ਹੈ ਹਨਾ। ਹੁਣ ਪ੍ਰੋਬਲਮ ਇਹ ਖੜਾ ਹੁੰਦਾ ਵੀ ਸਾਡੇ ਇੱਥੇ ਅਸੀਂ ਸਿਰਫ 7% ਇਸ ਵੇਲੇ ਕੈਨੇਡੀਅਨਸ ਨੂੰ ਟੀਕਾ ਲੱਗਾ ਹਨਾ, ਜ਼ਿਆਦਾ ਨਹੀਂ ਲੱਗਾ। ਸੋ ਸਾਡੀ ਵਾਰੀ ਅਜੇ ਬਹੁਤ ਟਾਈਮ ਬਾਅਦ ਆ। ਪ੍ਰੋਬਲਮ ਇਹ ਪੈਂਦਾ ਵੀ G7 ਜਿਹੜੀ ਕੰਟਰੀਜ਼ ਹੈਗੀਆਂ ਜਿਹਦੇ ਅਸੀਂ ਵੀ ਮੈਂਬਰ ਆ, ਪ੍ਰੈਸ਼ਰ ਬਹੁਤ ਪੈਂਦਾ ਕਿਉਂਕਿ ਬਹੁਤ ਸਾਰੀ ਕੰਟਰੀ ਸਾਡੇ ਤੋਂ ਅੱਗੇ ਹੈ ਇਮੂਨਾਈਜੇਸ਼ਨ ਦੇ ਵਿੱਚ, ਔਰ ਉਹ ਸਾਰੇ ਗੱਲ ਕਰ ਰਹੇ ਆ ਵੀ ਅਗਰ ਅਸੀਂ ਸਮਝੋ ਟਰੈਵਲ ਕਰਨਾ, ਲੈਟਸ ਸੇ ਵੀ ਸਵਿਟਜ਼ਰਲੈਂਡ ਜਾਂ ਅਮਰੀਕਾ, ਉਹ ਚਾਹੁੰਦੇ ਆ ਵੀ ਸਾਡੇ ਟੀਕੇ ਲੱਗੇ ਹੋਣ, ਨਹੀਂ ਤੇ ਸਾਨੂੰ ਐਂਟਰੀ ਨਹੀਂ ਮਿਲੇਗੀ ਜੀ। ਸੋ ਪ੍ਰੋਬਲਮ ਖੜਾ ਹੈ ਇੰਟਰਨੈਸ਼ਨਲ ਟਰੈਵਲ। ਹਾਂ, ਹੁਣ ਗੱਲ ਆ ਗਈ ਲੋਕਲ ਦੇ ਵਿੱਚ ਪ੍ਰਧਾਨ ਮੰਤਰੀ ਨੂੰ ਵੀ ਕੁਐਸਚਨ ਪੁੱਛਿਆ ਗਿਆ ਤਾਂ ਰਾਈਟ ਆਨਰੇਬਲ ਜਸਟਿਨ ਟਰੂਡੋ ਉਹਨਾਂ ਨੇ ਕਿਹਾ ਵੀ ਮੈਂ ਹਰ ਪ੍ਰੋਵਿੰਸ ਔਰ ਟੈਰੀਟਰੀ ਨੂੰ ਇਹ ਜੁਰਿਸਡਿਕਸ਼ਨ ਦਿੰਦਾ ਵੀ ਤੁਸੀਂ ਇਹਦੇ ਵਿੱਚ ਸ਼ਮੂਲੀਅਤ ਕਰਨੀ ਜਾਂ ਨਹੀਂ ਕਰਨੀ। ਇਹਦੇ ਦੋ ਚੀਜ਼ਾਂ ਹਨ। ਪਹਿਲੀ ਚੀਜ਼ ਇਹ ਆ ਵੀ ਕਈ ਵਿਅਕਤੀ ਹੈਗੇ ਆ ਜਿਹੜਾ ਟੀਕਾ ਨਹੀਂ ਲਾਉਣਗੇ, ਕਈ ਵਿਅਕਤੀ ਆ ਜਿਨ੍ਹਾਂ ਨੂੰ ਕੋਈ ਇਹੋ ਜਿਹੇ ਸੀਰੀਅਸ ਰੋਗ ਆ ਵੀ ਉਹਨਾਂ ਦਾ ਇਮਿਊਨ ਸਿਸਟਮ ਬੜਾ ਕਮਜ਼ੋਰ ਆ, ਜਾਂ ਉਹ ਬਹੁਤ ਜ਼ਿਆਦਾ ਕੈਂਸਰ ਦੀ ਦਵਾਈ ਲੈ ਰਹੇ ਆ, ਵੀ ਜਿੱਥੇ ਸਮਝੋ ਵੈਕਸੀਨੇਸ਼ਨ ਉਹਨਾਂ ਨੂੰ ਡਾਕਟਰ ਨਹੀਂ ਮਨਾ ਕੀਤੀ, ਕਿ ਉਹਨਾਂ ਦੇ ਨਾਲ ਵਿਤਕਰਾ ਨਹੀਂ ਹੋਊਗਾ, ਕਿ ਡਿਸਕ੍ਰਿਮੀਨੇਸ਼ਨ ਨਹੀਂ ਹੋਊਗਾ। ਇਹ ਫੇਅਰ ਹੋਣਾ ਚਾਹੀਦਾ। ਫੇਅਰ ਮੈਂ ਪਹਿਲਾਂ ਵੀ ਦੱਸਿਆ ਸੀ ਵੀ ਕੋਈ ਵੀ ਟੀਕਾ 100% ਤੇ ਤੁਹਾਨੂੰ ਪ੍ਰੋਟੈਕਟ ਨਹੀਂ ਕਰਦਾ ਜੀ। ਮਤਲਬ ਤੁਹਾਨੂੰ ਮਾਈਲਡ ਇਨਫੈਕਸ਼ਨ ਹੋ ਸਕਦਾ ਤਾਂ ਵੀ ਤੁਸੀਂ ਪਾਸ ਡਾਊਨ ਕਰ ਸਕਦੇ ਕਿਸੇ ਨੂੰ, ਠੀਕ ਹੈ, ਮੈਂ ਮੰਨਦਾ ਸੀਵੀਅਰ ਇਨਫੈਕਸ਼ਨ ਨਹੀਂ ਹੋਏਗਾ, ਬਟ ਸਟਿਲ ਚਾਂਸਸ ਹੈਗੇ ਵੀ ਤੁਹਾਨੂੰ ਮਾਈਲਡ ਕੇਸਿਸ ਹੋ ਸਕਦਾ। ਸੋ ਇਸ ਲਈ ਜਿਹੜਾ ਲੋਕਲ ਜਾਂ ਇੰਟਰ ਪ੍ਰੋਵਿੰਸ਼ੀਅਲ ਟਰੈਵਲਿੰਗ ਆ, ਉਹਦੇ ਲਈ ਕੋਈ ਨਾ ਕੋਈ ਨਵੇਂ ਗਾਈਡਲਾਈਨਸ ਲੈ ਕੇ ਆਉਣੇ ਪੈਣਗੇ। ਮੈਨੂੰ ਲੱਗਦਾ ਹੈ ਸਾਰੀਆਂ ਚੀਜ਼ਾਂ ਹੌਲੀ ਹੌਲੀ ਖੁੱਲਣਗੀਆਂ ਜਦ ਵੈਕਸੀਨੇਸ਼ਨ ਜ਼ੋਰ ਫੜ ਲੂਗਾ ਔਰ ਕੋਵਿਡ ਦੇ ਕੇਸਿਸ ਥੱਲੇ ਆਉਣਗੇ। ਤੁਸੀਂ ਦੇਖਿਓ ਜਿਉਂ-ਜਿਉਂ ਮੌਸਮ ਗਰਮ ਹੋਊਗਾ, ਜਿਉਂ-ਜਿਉਂ ਸਮਰ ਆਊਗਾ, ਨਾਲੇ ਵੈਕਸੀਨੇਸ਼ਨ ਦਾ ਜ਼ੋਰ ਪੜੂਗਾ ਤੇ ਉਹ ਤੋਂ ਕੋਵਿਡ ਕੇਸਿਸ ਥੱਲੇ ਜਾਣਗੇ ਔਰ ਪ੍ਰੋਵਿੰਸਸ ਇੱਕ ਦੂਜੇ ਨਾਲ ਮਿਲ ਕੇ ਨਵੇਂ ਗਾਈਡਲਾਈਨਸ ਲੈ ਕੇ ਆਉਣਗੇ। ਜਿਵੇਂ ਤੁਸੀਂ ਡਾਕਟਰ ਪੁਰ ਜੀ ਇਹ ਮੈਂਸ਼ਨ ਕੀਤਾ ਹੈ ਕਿ ਬਹੁਤ ਸਾਰੇ ਲੋਕਾਂ ਨੂੰ ਹੋਰ ਬਿਮਾਰੀਆਂ ਵੀ ਹੁੰਦੀਆਂ ਨੇ। ਹੁਣ ਉਹ ਲੋਕ ਜਿਨ੍ਹਾਂ ਨੂੰ ਡਿਸੀਜ਼ ਹੈਗੀਆਂ ਨੇ, ਕੈਂਸਰ ਨੇ ਜਾਂ ਸਵੀਅਰ ਡਿਸੀਜ਼ਸ ਹੈਗੀਆਂ ਨੇ, ਜਾਂ ਕਹਿ ਲਓ ਕਿ ਮਾਈਲਡ ਡਿਸੀਜ਼ਸ ਵੀ ਹੈਗੀਆਂ ਨੇ, ਨਾਲ ਨਾਲ ਚੱਲਦੀਆਂ ਰਹਿੰਦੀਆਂ ਨੇ, ਆਰਥਰਾਈਟਿਸ ਨੇ, ਉਹਨਾਂ ਦੇ ਲਈ ਇਹ ਵੈਕਸੀਨ ਸਹੀ ਹੈ, ਕਿੰਨੀ ਕਿਫਾਇਤੇਮੰਦ ਹੈ? ਲਗਭਗ ਆਲਮੋਸਟ ਸਾਰੇ ਡਿਜ਼ੀਜ਼ ਦੇ ਵਿੱਚ ਲਾਭਦਾਇਕ ਹੈ। ਜਿਵੇਂ ਬਲੱਡ ਪ੍ਰੈਸ਼ਰ ਹੈ, ਡਾਇਬਟੀਜ਼ ਹੈ, ਆਰਥਰਾਈਟਿਸ ਹੈਗੀ ਹੈ, ਥਾਇਰੋਇਡ ਹੈਗੀ ਹੈ, ਡਾਇਬਟੀਜ਼ ਹੈਗੀ ਹੈ, ਸਾਰਿਆਂ ਨੂੰ ਲਾ ਸਕਦੇ ਕਿਉਂਕਿ ਉਹਨਾਂ ਨੂੰ ਹੋਰ ਵੀ ਤਾਂ ਟੀਕੇ ਲੱਗਦੇ ਆ। ਫਲੂ ਸ਼ਾਟ ਵੀ ਤਾਂ ਆਪਾਂ ਲਾਉਂਦੇ ਹੀ ਹਰ ਸਾਲ ਹੈ ਨਾ। ਮੈਂ ਗੱਲ ਕਰ ਰਿਹਾ ਸੀ ਜਿਨ੍ਹਾਂ ਦਾ ਇਮਿਊਨ ਸਿਸਟਮ, ਕਈ ਰੋਗ ਹੁੰਦੇ ਜਿਸ 'ਚ ਇਮਿਊਨ ਸਿਸਟਮ ਕੰਮ ਨਹੀਂ ਕਰਦਾ, ਕਈ ਰੋਗ ਕਿਉਂਕਿ ਉਹਨਾਂ ਦੇ ਇਮਿਊਨ ਸਿਸਟਮ ਨੇ ਐਂਟੀਬਾਡੀ ਬਣਾਉਣੀ ਨਹੀਂ ਹੈ, ਆਲਰੇਡੀ ਉਹਨਾਂ ਦਾ ਇਮਿਊਨ ਸਿਸਟਮ ਸ਼ਟ ਡਾਊਨ ਹੈਗਾ। ਦੂਜੇ ਹੈਗੇ ਵੀ ਕਈਆਂ ਨੂੰ ਦਵਾਈਆਂ ਦਿੱਤੀਆਂ ਜਾਂਦੀਆਂ ਵੀ ਉਹਨਾਂ ਦਾ ਇਮਿਊਨ ਸਿਸਟਮ ਜਿਹੜਾ ਹੈ ਸਪਰੈਸ ਕਰਨਾ ਪੈਂਦਾ, ਕੁਝ ਮੈਡੀਕਲ ਰੀਜ਼ਨ ਕਰਕੇ, ਕੁਝ ਰੇਅਰ ਡਿਜ਼ੀਜ਼ ਕਰਕੇ। ਸੋ ਇਹ ਬਹੁਤ ਥੋੜਾ ਹੈਗਾ ਇਹ ਜਿਹੜਾ ਪੋਪੂਲੇਸ਼ਨ ਹੈਗਾ, ਲੇਕਿਨ ਅਸੀਂ ਸਾਰੇ ਇਕੁਅਲ ਆ, ਤਾਂ ਸਾਰੇ ਦੀ ਇੱਜ਼ਤ ਮਾਨਤਾ ਸਾਨੂੰ ਕਰਨੀ ਪੈਣੀ ਹੈ। ਇਹ ਏਦਾਂ ਨਾ ਹੋਇਆ ਅਸੀਂ ਦੋ ਕਲਾਸ ਕਰ ਲਈਏ ਵੀ ਮੈਨੂੰ ਟੀਕਾ ਲੱਗਾ ਮੈਂ ਤੇਰੇ ਤੋਂ ਸੁਪੀਰੀਅਰ, ਤੈਨੂੰ ਟੀਕਾ ਨਹੀਂ ਲੱਗਾ ਤੂੰ ਇਨਫੀਰੀਅਰ ਹੈ। ਅਸੀਂ ਇਸ ਪੰਗੇ 'ਚ ਨਾ ਪੈ ਜਾਈਏ ਕਿਉਂਕਿ ਮਾਨਸ ਕੀ ਜਾਤ ਸਭ ਏਕ ਹੈ ਪਹਿਚਾਨ, ਕੋ ਸਾਰਿਆਂ ਦਾ ਰਿਸਪੈਕਟ ਹੈਗਾ, ਸਾਰਿਆਂ ਦਾ ਆਦਰ ਹੈ, ਸਾਰਿਆਂ ਦਾ सम्मान ਹੈ। ਉਹ ਟੀਕਾ ਇਸ ਲਈ ਨਹੀਂ ਲਾ ਸਕ ਰਹੇ ਕਿਉਂਕਿ ਉਹਨਾਂ ਦੀ ਹੈਲਥ ਇਸ਼ੂ ਹੈਗੀ ਹੈ, ਜੀ ਤਾਂ ਕਰਦਾ ਸੀ, ਇਸ ਲਈ ਸਾਨੂੰ ਵਿਤਕਰਾ ਨਹੀਂ ਕਰਨਾ। ਬਿਲਕੁਲ। ਤੇ ਨਾਲ ਨਾਲ ਬਹੁਤ ਸਾਰੀਆਂ ਵੈਕਸੀਨ ਤਾਂ ਆ ਰਹੀਆਂ ਨੇ, ਪਰ ਜਿਨ੍ਹਾਂ ਨੂੰ ਨਹੀਂ ਲੱਗੀ ਜਾਂ ਜਿਹੜੇ ਹਸਪੀਟਲ ਦੇ ਵਿੱਚ ਹੈ, ICU ਦੇ ਵਿੱਚ ਹੈ, ਅਸੀਂ ਹਰ ਰੋਜ਼ ਬਰੀਫਿੰਗ ਸੁਣਦੇ ਹਾਂ ਕਿ ਇੰਨੇ ਲੋਕ ਹਸਪੀਟਲ ਦੇ ਵਿੱਚ ਨੇ, ਇੰਨੇ ICU ਦੇ ਵਿੱਚ ਨੇ, ਉਹਨਾਂ ਨੂੰ ਘੱਟ ਕਰਨ ਦੇ ਲਈ ਖਾਸ ਕਰਕੇ BC ਦੇ ਵਿੱਚ ਇੱਕ ਨੇਜ਼ਲ ਸਪਰੇ ਜਿਹੜੀ ਹੈ, ਨੇਜ਼ਲ ਟ੍ਰੀਟਮੈਂਟ, ਉਹ ਤਿਆਰ ਕੀਤਾ ਗਿਆ, ਜਿਹੜਾ ਹਜੇ ਅੰਡਰ ਸਰਵੇ ਹੈਗਾ, ਉਹਦਾ ਜਿਹੜਾ ਨਿਰੀਖਣ ਆ ਉਹ ਕਰ ਰਹੇ ਹੈਗੇ ਆ, ਤੇ ਉਹ ਹੈਲਥ ਕੈਨੇਡਾ ਨੂੰ ਕਹਿ ਰਹੇ ਨੇ ਕਿ ਸਾਨੂੰ ਅਪਰੂਵਲ ਦਿਓ। ਉਹ ਚੀਜ਼ਾਂ ਜਦੋਂ ਆ ਜਾਂਦੀਆਂ ਨੇ ਤੇ ਕਿੰਨੀਆਂ ਕੁ ਸਹੀ ਹੁੰਦੀਆਂ ਨੇ ਜਿਨ੍ਹਾਂ ਨੂੰ ਹਜੇ ਵੈਕਸੀਨ ਨਹੀਂ ਲੱਗੀ? ਜਿਹੜਾ ਨਾ ਫਿਰ ਰਿਸਰਚ ਉੱਥੋਂ ਆ ਰਿਹਾ, ਜਿਹੜਾ ਫਲੂ ਦਾ ਸਪਰੇ ਸੀ ਉਹਨੂੰ ਕਹਿੰਦੇ ਸੀ ਫਲੂ ਮਿਸਟ। ਹੁਣ ਦੇਖੋ ਕਈ ਬੱਚੇ ਆ ਉਹ ਸੂਈ ਦੇਖ ਕੇ ਚੀਕਾਂ ਮਾਰਨ ਲੱਗ ਪੈਂਦੇ ਆ, ਫਲੂ ਸ਼ਾਟ ਨਹੀਂ ਮਤਲਬ ਲਾਉਣ 'ਚ ਉਹਨਾਂ ਨੂੰ ਖੁਸ਼ੀ ਹੁੰਦੀ, ਫੜ ਕੇ ਦੁਖੀ ਕਰਕੇ ਚੀਕਾਂ ਮਰਵਾ ਕੇ ਕਈ ਵਾਰ ਲਾਉਣਾ ਪੈਂਦਾ ਕਿਉਂਕਿ ਉਹਨਾਂ ਦਾ ਰਿਸਕ ਹੁੰਦਾ। ਸਾਰੇ ਬੱਚੇ ਨਹੀਂ ਲਾਉਂਦੇ ਫਲੂ ਸ਼ਾਟ, ਈਵਨ BC ਤੁਸੀਂ ਦੇਖੋ ਮਸਾਂ 50% ਲੋਕ ਲਾਉਂਦੇ, ਸਾਰੇ ਨਹੀਂ ਲਾਉਂਦੇ, ਹਾਲਾਂਕਿ ਉਹ ਫ੍ਰੀ ਦਿੰਦੀ ਗਵਰਨਮੈਂਟ ਤੁਹਾਨੂੰ। ਇਸ ਲਈ ਫਲੂ ਮਿਸਟ ਡਿਵੈਲਪ ਕੀਤਾ ਸੀ ਵੀ ਨੱਕ 'ਚ ਸਪਰੇ ਕੀਤੀ ਜਾਵੇ,
ਉਹ ਜਿਹੜਾ ਹੈਗਾ ਤੁਹਾਨੂੰ ਫਲੂ ਤੋਂ ਇਮਿਊਨਿਟੀ ਦੇਊਗਾ। ਸੇਮ ਹੀ ਕਨਸੈਪਟ ਦੇ ਨਾਲ ਉਹੋ ਜੀ ਕਈ ਕੰਪਨੀਆਂ, ਇੱਕ ਨਹੀਂ ਬਹੁਤ ਸਾਰੀ ਕੰਪਨੀਆਂ, ਉਹਨਾਂ ਨੇ ਰਿਸਰਚ ਕੀਤੀ ਹੋਈ ਹੈ, ਬੜੀ ਸੋਹਣੀ ਰਿਸਰਚ ਆ ਵੀ ਨੇਜ਼ਲ ਸਪਰੇ ਦੇ ਨਾਲ ਵੀ ਕੋਵਿਡ ਤੋਂ ਪ੍ਰੋਟੈਕਸ਼ਨ ਮਿਲ ਸਕਦਾ। ਕਿਉਂਕਿ ਜਿਹੜੇ ਵੀ ਰੈਸਪੀਰੇਟਰੀ ਵਾਇਰਸ ਹੈ, ਭਾਵੇਂ ਕੋਵਿਡ ਹੈ, ਇਨਫਲੂਐਂਜ਼ਾ ਹੈ, ਪੈਰਾ ਇਨਫਲੂਐਂਜ਼ਾ, ਐਡੀਨੋ, ਰਾਈਨੋ, ਆਰਐਸਵੀ, ਉਹ ਸਾਰੇ ਨੱਕ ਔਰ ਗਲੇ ਦੇ ਰਾਹ ਹੀ ਜਾਣੇ ਹੈ ਨਾ। ਸੋ ਉੱਥੇ ਐਂਟੀਬੋਡੀਜ਼ ਅਗਰ ਆਪਾਂ ਕ੍ਰੀਏਟ ਕਰ ਸਕਦੇ ਹਾਂ, ਉਹਦੇ ਥਰੂ ਵੀ ਸਾਡੇ ਬੋਡੀ 'ਚ ਜਾ ਸਕਦਾ। ਇੱਕੋ ਤਰੀਕਾ ਥੋੜੀ ਆ ਵੀ ਇੱਥੇ ਜ਼ਬਾਨ ਦੇ ਥੱਲੇ ਵੀ ਦਵਾਈਆਂ ਆਪਾਂ ਕਈ ਰੱਖੀ ਦੀਆਂ ਮੂਹਰਾ ਹੈ ਨਾ। ਸੋ ਇਸ ਲਈ ਜਿਹੜਾ ਨੇਜ਼ਲ ਹੈਗਾ ਸਪਰੇ ਕੋਵਿਡ ਦਾ, ਉਹਦੀ ਰਿਸਰਚ ਤਾਂ ਬਹੁਤ ਸੋਹਣੀ ਆ, ਬਟ ਹੈਲਥ ਕੈਨੇਡਾ ਉਹਨੂੰ ਮੇਰੇ ਖਿਆਲ ਨਾਲ ਬਹੁਤ ਲੇਟ ਮਨਜ਼ੂਰੀ ਦੇਊਗੀ, ਉਹ ਵੀ ਸਿਲੈਕਟਡ ਕੇਸਿਸ 'ਚ ਵੀ ਜਿੱਥੇ ਟੀਕਾ ਨਹੀਂ ਲੱਗ ਸਕਦਾ। ਸੋ ਇਸ ਲਈ ਫਿਲਹਾਲ ਤੇ ਸਾਨੂੰ ਟੀਕੇ ਦੇ ਰਹਿਣਾ ਚਾਹੀਦਾ। ਸਾਡੇ ਕੋਲ 4 ਕੰਪਨੀ ਹੈਗੀਆਂ, ਫਾਈਜ਼ਰ ਆ, ਮੋਡਰਨਾ ਆ, ਐਸਟਰਾਜ਼ੈਨੇਕਾ, ਜੌਨਸਨ ਜੌਨਸਨ ਔਰ ਨੋਵਾਵੈਕਸ ਨੂੰ ਵੀ ਬਹੁਤ ਛੇਤੀ ਮਾਨਤਾ ਮਿਲ ਜਾਣੀ ਹੈ, ਜਿਹਦੀ ਅਰਜੀ ਪਈ ਹੋਈ ਹੈ ਪਿਛਲੇ ਮਹੀਨੇ ਤੋਂ, 1.5 ਮਹੀਨੇ ਤੋਂ ਕੈਨੇਡਾ ਦੇ ਵਿੱਚ। ਸੋ ਜਿਹੜਾ ਟੀਕਾ ਤੁਹਾਨੂੰ ਲੱਗਦਾ ਉਹ ਛੇਤੀ, ਉਹ ਵਧੀਆ ਜੋ ਤੁਹਾਨੂੰ ਪ੍ਰੋਟੈਕਸ਼ਨ ਦੇਊਗਾ। ਬਿਲਕੁਲ, ਹੈਲਥ ਕੈਨੇਡਾ ਦੇ ਕੋਲ ਬਹੁਤ ਸਾਰੀਆਂ ਲੋਕਾਂ ਨੇ ਐਪਲੀਕੇਸ਼ਨਸ ਦਿੱਤੀਆਂ ਹੋਈਆਂ ਨੇ ਕਿ ਸਾਨੂੰ ਅਪਰੂਵ ਕਰੋ, ਜਿਹਦੇ ਵਿੱਚ ਅਪਰੂਵਲ ਬਿੱਲ ਵੀ ਰਹੀਆਂ ਨੇ, ਜਿਹਦੇ ਵਿੱਚ ਹੁਣ ਇੱਕ ਸਲਾਈਵਾ ਬੇਸਡ ਟੈਸਟ ਹੈਗਾ ਜਿਹੜਾ ਤੁਸੀਂ ਘਰੇ ਕਰ ਸਕਦੇ ਹੋ, ਉਹਨੂੰ ਵੀ ਮਾਨਤਾ ਦੇ ਦਿੱਤੀ ਗਈ ਹੈ, ਜਿਹਦੇ ਨਾਲ ਖਰਚਾ ਵੀ ਘੱਟ ਆਏਗਾ। ਤੇ ਨਾਲ ਹੁਣ ਜਦੋਂ ਅਸੀਂ ਕੈਨੇਡਾ ਦੇ ਵਿੱਚ ਰਹਿ ਰਹੇ ਹਾਂ ਤਾਂ ਸਾਨੂੰ ਤਾਂ ਇਹ ਵੈਕਸੀਨ ਫ੍ਰੀ 'ਚ ਮਿਲ ਰਿਹਾ, ਪਰ ਜਿਹੜੇ MSP ਦੇ ਅੰਡਰ ਰਹਿ ਰਹੇ ਆ, ਇੱਥੇ ਕੋਈ ਵਿਜ਼ਿਟਰ ਆਇਆ, ਕੋਈ ਸੁਪਰ ਵੀਜ਼ੇ ਤੇ ਆਇਆ, ਕੋਈ ਕੰਮ ਕਰਨ ਦੇ ਲਈ ਆਇਆ ਹੋਇਆ, ਸੋ ਉਹਨਾਂ ਸਾਰਿਆਂ ਨੂੰ ਤੁਹਾਨੂੰ ਕੀ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ ਚਾਰਜ ਹੋਏਗਾ, पे करना पड़ेगा? किस तरह वर्क करेगी ये वैक्सीन? बहुत सोहना क्वेश्चन है और बड़ा प्रैक्टिकल वाजिब क्वेश्चन भी है। डॉक्टर बॉनी हेनरी ने पिछले हफ्ते मेरे ख्याल नाल या उस तो पिछले हफ्ते मैं उन्हां दा सुने सी स्पीच, वो कहंदे सी भी MSP नंबर जरूरी नहीं हैगा। सो ਇਹਦਾ ਮਤਲਬ ਇਹ ਹੈਗਾ ਵੀ ਜਿਹੜੇ ਵੀ ਉਹ ਏਜ ਗਰੁੱਪ 'ਚ ਕੁਆਲੀਫਾਈ ਕਰਦੇ ਆ, ਤੁਸੀਂ ਦੱਸ ਰਹੇ ਸੀ ਇਸ ਹਫਤੇ 80 ਤੋਂ 85 ਸਾਲ ਦੇ ਆ ਜਿਹੜੇ ਬੁੱਕ ਕਰ ਰਹੇ, ਉਹਨਾਂ ਦੀ ਵਾਰੀ ਆ ਰਹੀ। ਐਕਚੁਅਲੀ ਅਸੀਂ 1 ਹਫਤਾ ਅਰਲੀ ਚੱਲ ਰਿਹਾ ਸਾਡਾ ਵੈਕਸੀਨੇਸ਼ਨ ਪ੍ਰੋਗਰਾਮ, ਇਹਨਾਂ ਦੀ ਵਾਰੀ ਆਉਣੀ ਸੀ ਅਗਲੇ ਹਫਤੇ, ਇਹਨਾਂ ਦੀ ਵਾਰੀ ਇਸ ਹਫਤੇ ਆ ਰਹੀ ਕਿਉਂਕਿ ਸਾਨੂੰ ਹੁਣ 4 ਡਿਫਰੈਂਟ ਵੈਕਸੀਨਸ ਮਿਲਣ ਦੀ ਸੰਭਾਵਨਾ, ਔਰ ਸਾਰੇ ਈਵਨ ਜਿਹੜੀ ਫਾਈਜ਼ਰ ਦੀ ਆ ਉਹ 1 ਮਿਲੀਅਨ ਡੋਸਿਸ ਸਾਨੂੰ ਹਰ ਹਫਤਾ ਦੇ ਰਹੇ ਪੂਰੇ ਕੈਨੇਡਾ ਨੂੰ ਮਈ ਦੇ ਮਿਡਲ ਤੱਕ। ਸੋ ਆਉਣ ਵਾਲੇ ਕਰੀਬਨ 7-8 ਹਫਤੇ 9 ਹਫਤੇ ਸਾਨੂੰ ਕਰੀਬਨ 1 ਮਿਲੀਅਨ ਡੋਸਿਸ ਫਾਈਜ਼ਰ ਅਲੋਨ ਦੀ ਮਿਲਣੀ ਹੈ, ਬਾਕੀ ਦੂਜੇ ਵੈਕਸੀਨਸ ਵੀ ਮਿਲਣਗੀਆਂ। ਇਸ ਲਈ ਸਾਡਾ ਪ੍ਰੋਗਰਾਮ ਅਰਲੀ ਚੱਲ ਰਿਹਾ ਹੈ, ਸਪੀਡ ਜ਼ਿਆਦਾ ਫੜ ਰਿਹਾ। ਹਾਂ, ਕਾਫੀ ਲੋਕ ਹੈ ਜਿਨ੍ਹਾਂ ਕੋਲ MSP ਕਵਰੇਜ ਨਹੀਂ ਹੈਗੀ, ਲੇਕਿਨ ਅਗਰ ਉਹ ਇੱਥੇ ਰਹਿ ਰਹੇ ਆ, ਦੇਖੋ ਹੁਣ ਗ੍ਰੈਂਡ ਪੈਰੈਂਟਸ ਹੈਗੇ ਆ, ਸੁਪਰ ਵੀਜ਼ਾ 'ਚ ਆਏ ਆ, ਦਾਦਾ ਦਾਦੀ ਆ, ਨਾਨਾ ਨਾਨੀ, ਪੋਤਾ ਪੋਤੀ ਆ, ਦੋਤਾ ਦੋਤੀ ਨੂੰ ਸਾਂਭਦੇ ਆ ਨਾ, ਜਦ ਉਹਨਾਂ ਦੀ ਏਜ ਕੈਟੇਗਰੀ ਆਏਗੀ ਉਹ ਸਵਾਲ ਉਹਨਾਂ ਕੋਲ ਨਹੀਂ ਪੁੱਛਿਆ ਜਾਏਗਾ, ਉਹਨਾਂ ਨੂੰ ਵੈਕਸੀਨ ਮਿਲੂਗਾ। ਗੱਲ ਹੁਣ ਆ ਗਈ ਪੈਸੇ ਤੇ, ਵੀ ਉਹਨਾਂ ਨੂੰ ਚਾਰਜ ਕੀਤਾ ਜਾਏਗਾ ਕਿ ਨਹੀਂ ਕੀਤਾ ਜਾਏਗਾ। ਹੁਣ ਦੇਖੋ ਮੈਂ ਡਰਾਈਵ ਥਰੂ ਵੈਕਸੀਨੇਸ਼ਨ 'ਚ ਗਿਆ ਸੀ, ਉੱਥੇ ਕੋਈ ਵੀ ਕੈਸ਼ ਕਲੈਕਸ਼ਨ ਜਾਂ ਇਹੋ ਜਿਹੀ ਮਸ਼ੀਨ ਨਹੀਂ ਸੀ ਵੀ ਜਿੱਥੇ ਤੁਸੀਂ ਕ੍ਰੈਡਿਟ ਕਾਰਡ ਪਾ ਸਕਦੇ ਹੋ, ਤੇ ਨਾ ਹੀ ਉਹ ਜਿਹੜੇ ਹੈਲਥ ਕੇਅਰ ਵਰਕਰ ਉਹ ਟ੍ਰੇਨਡ ਹੈਗੇ ਜੋ ਵੀ ਕਿੱਦਾਂ ਕ੍ਰੈਡਿਟ ਕਾਰਡ ਮਸ਼ੀਨਾਂ ਟ੍ਰੇਨਡ ਹੈ ਟੀਕਾ ਲਾਉਣ ਨੂੰ। ਸੋ ਮੇਰੀ ਆਪਣੀ ਬਾਇਸ ਹੈਗੀ ਆ ਵੀ ਮੋਸਟ ਲਾਈਕਲੀ ਪੈਸੇ ਨਹੀਂ ਲਿੱਤੇ ਜਾਣਗੇ, ਕਿਉਂਕਿ ਏਦਾਂ ਹੁੰਦਾ ਤੇ ਡਾਕਟਰ ਬੌਨੀ ਹੈਨਰੀ ਨੇ ਵੀ ਪਹਿਲਾਂ ਕਹਿਣਾ ਸੀ ਵੀ ਉਹਨਾਂ ਨੂੰ ਪੇ ਕਰਨੇ ਪੈਣੇ। ਜਦ ਉਹਨਾਂ ਨੇ ਕਿਹਾ ਵੀ ਨਹੀਂ ਉਹ ਵੀ ਟੀਕਾ ਲਾ ਸਕਦੇ ਆ, ਤੇ ਮੇਰੇ ਖਿਆਲ ਨਾਲ, ਕਿਉਂਕਿ ਇਹਦੇ ਉੱਤੇ ਮੈਨੂੰ 100% ਨਹੀਂ ਪਤਾ, ਲੇਕਿਨ ਮੇਰਾ ਆਪਣਾ ਦਿਲ ਇਹ ਕਹਿੰਦਾ ਵੀ ਉਹਨਾਂ ਨੂੰ ਚਾਰਜ ਨਹੀਂ ਕੀਤਾ ਜਾਊਗਾ। ਕੈਨੇਡਾ ਬਹੁਤ ਹੀ ਕੰਪੈਸ਼ਨੇਟ ਮੁਲਕ ਹੈਗਾ। ਅਗਰ ਸਾਰਿਆਂ ਦੀ ਬਾਹਰ ਜਿਹੜੀ ਹੈਗੀ ਕੇਅਰ ਵਾਸਤੇ ਇੰਨੇ ਮਿਲੀਅਨਸ ਬਿਲੀਅਨਸ ਆਫ ਡਾਲਰ ਖਰਚਦੇ ਆ, ਤੇ ਸਾਡੇ ਇੱਥੇ ਕੁਛ ਮੇ ਬੀ ਲੈਸ ਦੈਨ ਫਿਊ ਥਾਊਜ਼ੈਂਡ ਹੋਣਗੇ ਲੋਕੀ ਜਿਨ੍ਹਾਂ ਕੋਈ MSP ਨਹੀਂ ਹੋਗਾ, ਉਹ ਵੀ ਇੰਪੋਰਟੈਂਟ ਆ। ਤਾਂ ਹੀ ਤੇ ਹਰਡ ਇਮਿਊਨਿਟੀ ਹੋਏਗੀ ਵੀ ਜਿਹੜੇ ਇਸ ਏਰੀਆ ਦੇ ਵਿੱਚ ਸਾਰੇ ਉਹਨਾਂ ਨੂੰ ਇਮਿਊਨਿਟੀ ਮਿਲੇ। ਡਾਕਟਰ ਬਲਜੀਤ, ਜਿੱਦਾਂ ਤੁਸੀਂ ਕਿਹਾ ਕਿ ਸਾਡੀ ਸਾਰਿਆਂ ਦੀ ਵਾਰੀ ਇੱਕ ਦਿਨ ਆ ਜਾਣੀ ਆ, ਪਰ ਜਿਨ੍ਹਾਂ ਦੀ ਵਾਰੀ ਆ ਚੁੱਕੀ ਹੈ, ਜਿਵੇਂ 80-84, ਉਸ ਤੋਂ ਬਾਅਦ ਅਗਲੇ ਹਫਤੇ ਫਿਰ ਅਨਾਊਂਸਮੈਂਟ ਆਊਗੀ ਕਿ ਕੌਣ ਬੁਕਿੰਗ ਕਰਵਾ ਸਕਦਾ। ਜ਼ਰੂਰ ਜਾ ਕੇ ਬੁਕਿੰਗ ਕਰਵਾਓ, ਜਿਨ੍ਹਾਂ ਦੀ ਵਾਰੀ ਆ ਰਹੀ ਹੈ ਜ਼ਰੂਰ ਜਾ ਕੇ ਸ਼ਾਟ ਲਓ, ਹੈ ਨਾ। ਮੇਰੀ ਨਾਨੀ ਜੀ, ਉਹਨਾਂ ਨੂੰ ਸ਼ਾਟ ਕੱਲ੍ਹ ਲੱਗ ਗਿਆ ਹੈਗਾ ਆ, ਜਿਵੇਂ ਤੁਸੀਂ ਦੱਸਿਆ ਸੀ ਤੁਹਾਡੇ ਬੀਬੀ ਜੀ ਨੂੰ ਵੀ ਸ਼ਾਟ ਲੱਗ ਗਿਆ, ਤੁਹਾਨੂੰ ਵੀ ਲੱਗ ਗਿਆ, ਤੁਹਾਡੀ ਪੂਰੀ ਫੈਮਿਲੀ ਨੂੰ ਲੱਗ ਗਿਆ। ਸੋ ਬਹੁਤ ਸਾਰੇ ਲੋਕਾਂ ਨੂੰ ਜਿਹੜਾ ਇਹ ਸ਼ਾਟ ਲੱਗ ਰਹੇ ਆ, ਤੇ ਸਾਨੂੰ ਇਹਦੇ ਵਿੱਚ ਵਿਸ਼ਵਾਸ ਜਿਹੜਾ ਉਹ ਬਣਾ ਕੇ ਰੱਖਣਾ ਚਾਹੀਦਾ। ਸੋ ਮੈਸੇਜ ਕੀ ਹੈ ਅੱਜ ਦੇ ਲਈ? ਮੈਸੇਜ ਇਹੀ ਆ ਵੀ ਵੈਕਸੀਨ ਸੇਫ ਆ, ਬੈਸਟ ਇਹੀ ਆ ਵੀ ਆਪਾਂ ਲਾਈਏ ਜਦੋਂ ਸਾਡੀ ਵਾਰੀ ਆਉਂਦੀ ਹੈ, ਤਾਂ ਕਿ ਅਸੀਂ ਜਿਹੜਾ ਕੋਵਿਡ ਦਾ ਪ੍ਰਕੋਪ ਆ ਇਸ ਤੋਂ ਸਾਨੂੰ ਰਾਹਤ ਮਿਲੇ। ਦੂਜੀ ਗੱਲ ਇਹ ਹੈਗੀ ਵੀ ਕਾਫੀ ਸਾਨੂੰ ਚਾਅ ਸੀ ਵੀ ਡਾਕਟਰ ਬੌਨੀ ਹੈਨਰੀ ਕੁਛ ਰਿਲੀਜੀਅਸ ਸਰਵਿਸਿਸ ਖੋਲਣਗੀਆਂ, ਬਟ ਉਹ ਕਹਿੰਦੀ ਵੀ ਥੋੜਾ ਬਹੁਤ ਹੀ ਆਊਟਸਾਈਡ ਉਹਨਾਂ ਨੇ ਚਰਚਿਸ ਵਾਸਤੇ, ਕਿਉਂਕਿ ਹੁਣ ਈਸਟਰ ਆ ਰਿਹਾ ਤੇ ਪਾਸ ਓਵਰ ਹੈਗਾ। ਨਗਰ ਕੀਰਤਨ ਫਿਰ ਇਸ ਸਾਲ ਕੈਂਸਲ ਕਰਨਾ ਪਿਆ, ਕਿਉਂਕਿ ਨਗਰ ਕੀਰਤਨ ਸਾਡਾ 5-6 ਲੱਖ ਦੀ ਸੁੱਖ ਨਾਲ ਸੰਗਤ ਹੁੰਦੀ ਹੈ। ਅਗਲੇ ਸਾਲ ਮੈਨੂੰ ਪੂਰੀ ਉਮੀਦ ਹੈ ਵੀ ਅਸੀਂ ਕਰ ਪਾਵਾਂਗੇ, ਹੈ ਨਾ।
ਗੱਲ ਹੈਗਾ ਵੀ ਲੋਕੀ ਸਰੀਰ ਦੇ ਤਲ ਦੇ ਤੇ ਅਸੀਂ ਤੁਹਾਨੂੰ ਟੀਕਾ ਲਾ ਕੇ ਵਧੀਆ ਕਰ ਦੇਣਾ, ਕੋਵਿਡ ਤੋਂ ਬਚਾ ਦੇਣਾ। ਮਨ ਕਈ ਲੋਕਾਂ ਦਾ ਡਾਵਾਡੋਲ ਹੋਇਆ ਪਿਆ ਵੀ ਸਾਲ ਹੋ ਗਿਆ, ਸਵਾ ਸਾਲ ਹੋ ਗਿਆ। ਦੇਖੋ ਹੁਣ ਸੂਰਜ ਦੀ ਕਿਰਨਾਂ ਤੇ ਰੋਸ਼ਨੀ ਸਾਨੂੰ ਨਜ਼ਰ ਆ ਰਹੀ ਹੈ। ਜੀ। ਅਸੀਂ ਇਹ ਕਰ ਰਹੇ ਹਾਂ, ਟਰੈਵਲਿੰਗ ਦੀ ਕਰ ਰਹੇ ਹਾਂ, ਪਾਸਪੋਰਟ ਦੀ ਗੱਲ ਕਰ ਰਹੇ ਹਾਂ, ਟਰੈਵਲਿੰਗ ਪਾਸਪੋਰਟ। ਇਹ ਚੰਗੀਆਂ ਗੱਲਾਂ, ਪੋਸਟ ਪੈਂਡੇਮਿਕ ਦੀ ਗੱਲਾਂ ਆਲਰੇਡੀ ਚੱਲ ਪਈਆਂ। ਇਹਦਾ ਮਤਲਬ ਇਹ ਆ ਵੀ ਪੈਂਡੇਮਿਕ ਬਿਲਕੁਲ ਹੁਣ ਖਤਮ ਹੋਣ ਦੇ ਨੇੜੇ ਆ। ਲੇਕਿਨ ਅਜੇ ਵੀ ਸਾਨੂੰ ਜਿਹੜੇ ਪਬਲਿਕ ਹੈਲਥ ਦੇ ਜਿਹੜੇ ਗਾਈਡੈਂਸ ਦੇ ਜਿਹੜੇ ਹੈਗੇ ਚੇਤਾਵਨੀਆਂ ਫੋਲੋ ਕਰਨੀਆਂ ਚਾਹੀਦੀਆਂ। ਮਹਾਰਾਜ ਕਹਿੰਦੇ ਆ ਹਰ ਹਰ ਤੇਰਾ ਨਾਮ ਹੈ ਦੁੱਖ ਮੇਟਨ ਹਾਰਾ। ਸੋ ਹਰੀ ਦਾ ਨਾਮ ਜਿਹੜਾ ਹੈਗਾ ਉਹ ਦੁੱਖ ਨੂੰ ਮਿਟਾ ਦਿੰਦਾ। ਗੁਰ ਸੇਵਾ ਤੇ ਪਾਈਏ ਗੁਰਮੁਖ ਨਿਸਤਾਰਾ, ਆਏ ਮਿਲ ਗੁਰਸਿੱਖ ਤੂੰ ਮੇਰੇ ਪਿਆਰੇ। ਸੋ ਇਹ ਜਿਹੜੀਆਂ ਗੱਲਾਂ ਜਿਹੜੀਆਂ ਹੈਗੀਆਂ, ਆਪਾਂ ਸ਼ਰਧਾ ਭਾਵਨਾ ਭਗਤੀ ਰੱਖੀਏ। ਅੱਛੇ ਦਿਨ ਆ ਰਹੇ ਨੇ, ਸੋ ਮਨ ਨੂੰ ਜਿਹੜਾ ਹੈਗਾ ਆਪਾਂ ਕੰਟਰੋਲ 'ਚ ਰੱਖੀਏ, ਕਿਉਂਕਿ ਕੁੰਭੇ ਬੱਧਾ ਜਲ ਰਹੇ ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਜਾ ਮਨ ਰਹੇ ਗੁਰ ਬਿਨ ਗਿਆਨ ਨਾ ਹੋਏ। ਸੋ ਗਿਆਨ ਨੇ ਮਨ ਨੂੰ ਬੰਨਣਾ, ਲੇਕਿਨ ਗੁਰੂ ਤੋਂ ਬਗੈਰ ਗਿਆਨ ਨਹੀਂ ਮਿਲਣਾ। ਗੁਰੂ ਹੈਗਾ ਸ਼ਬਦ ਗੁਰੂ। ਸ਼ਬਦ ਗੁਰੂ ਨੂੰ ਜਦੋਂ ਅਸੀਂ ਮੱਥਾ ਟੇਕਦੇ ਹਾਂ ਗੁਰਦੁਆਰਾ ਸਾਹਿਬ ਜਾਂ ਜਿੱਥੇ ਵੀ, ਉਹਦਾ ਮਤਲਬ ਇਹ ਹੁੰਦਾ ਗੁਰ ਕੀ ਮੱਤ ਤੂੰ ਲੈ ਕੇ ਆਣਾ, ਵੀ ਮੈਂ ਆਪਣੀ ਛੱਡ ਦੇਣਾ, ਗੁਰੂ ਦੀ ਮੱਤ ਲੈਣੀ। ਗੁਰੂ ਕੀ ਕਹਿੰਦਾ, ਸਾਸ ਗ੍ਰਾਸ ਤੂੰ ਹਰੀ ਦਾ ਨਾਮ ਜਪ, ਉਠਤ ਬੈਠਤ ਸੋਵਤ ਜਾਗਤ ਇਹ ਮਨ ਤੁਝੇ ਚਿਤਾਰੇ। ਖੁਸ਼ੀ ਰਹੋ, ਅੱਛੇ ਦਿਨ ਆ ਰਹੇ ਨੇ, ਬਹੁਤ ਹੀ ਗੁੱਡ ਨਿਊਜ਼ਸ ਆ ਰਹੀਆਂ। ਵੈਕਸੀਨ ਬੜਾ ਸੋਹਣਾ ਕੰਮ ਕਰਦੇ, ਲੇਕਿਨ ਪਲੀਜ਼ ਇਹਨਾਂ ਨੂੰ ਜ਼ਰੂਰ ਲਾਓ। ਫਿਰ ਅਗਲੇ ਹਫਤੇ ਦਰਸ਼ਨ ਕਰਾਂਗੇ। ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸੋ ਜਿੱਦਾਂ ਡਾਕਟਰ ਪੁਰਜੀ ਨੇ ਕਿਹਾ ਕਿ ਸਾਨੂੰ ਵਿਸ਼ਵਾਸ ਬਣਾ ਕੇ ਰੱਖਣਾ ਚਾਹੀਦਾ ਹੈ। ਮੈਂਟਲ ਹੈਲਥ ਕ੍ਰਾਈਸਿਸ ਬਹੁਤ ਸਾਰਿਆਂ ਨੂੰ ਫੇਸ ਕਰਨੇ ਪੈਂਦੇ ਨੇ। ਸਾਨੂੰ ਹਰੇਕ ਸਮੇਂ ਦੇ ਵਿੱਚ ਪੋਜ਼ਿਟਿਵ ਰਹਿਣ ਦੀ ਲੋੜ ਹੈ, ਆਪਣੇ ਮਨ ਉੱਤੇ ਕਾਬੂ ਪਾਉਣ ਦੀ ਲੋੜ ਹੈਗੀ ਹੈ, ਤੇ ਸਰੀਰਕ ਤੌਰ ਦੇ ਉੱਤੇ ਅਸੀਂ ਜ਼ਰੂਰ ਠੀਕ ਹੋ ਜਾਵਾਂਗੇ, ਕਿਉਂਕਿ ਕੋਵਿਡ-19 ਵੈਕਸੀਨ ਜਦੋਂ ਸਾਡੀ ਵਾਰੀ ਆਏਗੀ ਅਸੀਂ ਸਾਰਿਆਂ ਨੇ ਲਗਵਾਉਣੀ ਹੈ। ਜਿਨ੍ਹਾਂ ਦੀ ਵਾਰੀ ਆਲਰੇਡੀ ਆ ਚੁੱਕੀ ਹੈ ਉਹ ਜ਼ਰੂਰ ਆਪਣੀਆਂ ਜਿਹੜੀਆਂ ਅਪਾਇੰਟਮੈਂਟਸ ਜ਼ਰੂਰ ਬੁੱਕ ਕਰਵਾਉਣ, ਆਪਣੇ ਪੇਰੈਂਟਸ ਦੀਆਂ, ਗ੍ਰੈਂਡ ਪੇਰੈਂਟਸ ਦੀਆਂ ਅਪਾਇੰਟਮੈਂਟਸ ਜਿਹੜੀਆਂ ਜ਼ਰੂਰ ਬੁੱਕ ਕਰਵਾਉਣ। ਤੁਹਾਡੇ ਤੱਕ ਇਸ ਤਰ੍ਹਾਂ ਹੀ ਜਾਣਕਾਰੀ ਪਹੁੰਚਾਉਂਦੇ ਰਵਾਂਗੇ। ਦੇਖਦੇ ਰਹੋ ਸਾਂਝਾ ਟੀਵੀ। ਮੈਨੂੰ ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ।